ਨੈਕਸਟ ਟੌਪਿਕ ਜੋ ਤੁਹਾਡੇ ਸਿਲੇਬਸ 'ਚ ਹੈ, ਥਰਡ ਯੂਨਿਟ ਦਾ ਸੈਕਿੰਡ ਟੌਪਿਕ ਹੈ ਜੀ ਇੰਡਸਟਰੀਅਲ ਰੈਵੋਲਿਊਸ਼ਨ, ਉਦਯੋਗਿਕ ਕ੍ਰਾਂਤੀ। ਉਦਯੋਗਿਕ ਕ੍ਰਾਂਤੀ ਵਾਲਾ ਵੀ ਤੁਸੀਂ ਪੂਰੇ ਦਾ ਪੂਰਾ ਚੈਪਟਰ ਹੀ ਕਰਨਾ ਆ। ਕੀ ਸੀ ਇਹ ਉਦਯੋਗਿਕ ਕ੍ਰਾਂਤੀ? ਸਭ ਤੋਂ ਪਹਿਲਾਂ ਕਦੋਂ ਕਿੱਥੇ ਸ਼ੁਰੂ ਹੋਈ? ਇੰਗਲੈਂਡ ਦੇ ਵਿੱਚ ਸ਼ੁਰੂ ਹੋਈ ਸੀ। ਇੰਗਲੈਂਡ ਵਿੱਚ ਸ਼ੁਰੂ ਹੋਣ ਦੇ ਕਿਹੜੇ ਕਿਹੜੇ ਕਾਰਨ ਸਨ ਤੇ ਇਸ ਉਦਯੋਗਿਕ ਕ੍ਰਾਂਤੀ ਦੇ ਦੌਰਾਨ ਕਿਹੜੀਆਂ ਕਿਹੜੀਆਂ ਖੋਜਾਂ ਹੋਈਆਂ ਸਨ? ਕੱਪੜਾ ਬੁਣਨ ਨਾਲ ਸੰਬੰਧਿਤ, ਹੋਰ ਆਵਾਜਾਈ ਸੰਚਾਰ ਨਾਲ ਸੰਬੰਧਿਤ, ਖੇਤੀਬਾੜੀ ਨਾਲ ਸੰਬੰਧਿਤ ਨਵੇਂ ਸੰਦ ਵਗੈਰਾ ਜਿਹੜੇ ਹੋਂਦ ਦੇ ਵਿੱਚ ਆ ਗਏ ਸਨ। ਹਰ ਇੱਕ ਫੀਲਡ ਵਿੱਚ ਜਿਹੜੀਆਂ ਜਿਹੜੀਆਂ ਖੋਜਾਂ ਹੋਈਆਂ ਉਹ ਕਰਨੀਆਂ ਨੇ। ਸ਼ੁਰੂਆਤ ਜਿਵੇਂ ਇਸ ਦੀ ਇੰਗਲੈਂਡ ਦੇ ਵਿੱਚ ਹੋਈ ਸੀ, ਇੰਗਲੈਂਡ ਵਿੱਚ ਸ਼ੁਰੂ ਹੋਣ ਦੇ ਕਾਰਨ ਉਸ ਤੋਂ ਬਾਅਦ ਇੰਗਲੈਂਡ ਤੋਂ ਬਾਅਦ ਇਹ ਉਦਯੋਗਿਕ ਕ੍ਰਾਂਤੀ ਯੂਰਪ ਦੇ ਹੋਰ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਉਦਯੋਗਿਕ ਕ੍ਰਾਂਤੀ ਇਹ ਆਈ ਸੀ। ਫਿਰ ਇਸ ਉਦਯੋਗਿਕ ਕ੍ਰਾਂਤੀ ਦੇ ਪੂਰੇ ਯੂਰਪ ਦੇ ਉੱਤੇ ਪਏ ਪ੍ਰਭਾਵਾਂ ਦਾ ਵਰਣਨ ਕਰਨਾ। ਪੂਰੇ ਦਾ ਪੂਰਾ ਚੈਪਟਰ। ਕੋਈ ਦੋ ਗੱਲਾਂ ਵੀ ਵਿੱਚੋਂ ਪੁੱਛੀਆਂ ਜਾ ਸਕਦੀਆਂ। ਇੰਗਲੈਂਡ ਵਿੱਚ ਸ਼ੁਰੂ ਹੋਣ ਦੇ ਕਾਰਨ ਅਤੇ ਖੋਜਾਂ ਦੱਸੋ, ਜਾਂ ਇਕੱਲੀਆਂ ਖੋਜਾਂ ਵੀ ਪੁੱਛੀਆਂ ਜਾ ਸਕਦੀਆਂ। ਖੋਜਾਂ ਆਪਾਂ ਅੱਛੀ ਤਰ੍ਹਾਂ ਕਰਨੀਆਂ ਕਿਉਂਕਿ ਉਹਦੇ ਵਿੱਚ ਤੁਹਾਡੇ 2 ਮਾਰਕਸ ਤੇ ਬੜੇ ਕੁਐਸਚਨ ਬਣਦੇ ਨੇ ਤੇ ਉਦਯੋਗਿਕ ਕ੍ਰਾਂਤੀ ਦੇ ਜਿਹੜੇ ਪ੍ਰਭਾਵ ਨੇ ਉਹ ਅਲੱਗ ਕੁਐਸਚਨ ਇਕੱਲਾ ਵੀ ਆ ਸਕਦਾ, ਪੂਰੇ ਦਾ ਪੂਰਾ ਇਕੱਠਾ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਹੁਣ ਉਦਯੋਗਿਕ ਕ੍ਰਾਂਤੀ ਕੀ ਸੀ, ਇਸ ਤੋਂ ਕੀ ਭਾਵ ਹੈ? 2 ਮਾਰਕਸ ਦਾ ਹੀ ਤੁਹਾਡਾ ਕੁਐਸਚਨ ਹੈ। ਕਹਿੰਦੇ ਕਿ 18ਵੀਂ ਸਦੀ ਦਾ ਉਹ ਸਮਾਂ ਯੂਰਪ ਦੇ ਵਿੱਚ ਪਹਿਲਾਂ ਹੱਥਾਂ ਦੇ ਨਾਲ ਕੰਮ ਕੀਤਾ ਜਾਂਦਾ ਸੀ, ਹੱਥਾਂ ਨਾਲ ਕੱਪੜਾ ਵਗੈਰਾ ਬੁਣਿਆ ਜਾਂਦਾ ਸੀ। ਪਰ ਹੁਣ ਕਹਿੰਦੇ ਕਿ ਉੱਥੇ ਨਵੀਆਂ ਨਵੀਆਂ ਮਸ਼ੀਨਾਂ ਦੀ ਖੋਜ ਹੋਣੀ ਸ਼ੁਰੂ ਹੋ ਗਈ। ਨਵੀਆਂ ਨਵੀਆਂ ਮਸ਼ੀਨਾਂ ਹੋਂਦ ਦੇ ਵਿੱਚ ਆ ਗਈਆਂ। ਹੁਣ ਮਸ਼ੀਨਾਂ ਜਿਹੜੀਆਂ ਘਰਾਂ ਵਿੱਚ ਨਹੀਂ ਲੱਗਣੀਆਂ ਸਨ, ਮਸ਼ੀਨਾਂ ਲਾਉਣ ਦੇ ਲਈ ਕਾਰਖਾਨੇ ਲਗਾਉਣੇ ਸ਼ੁਰੂ ਕਰ ਦਿੱਤੇ। ਕਾਰਖਾਨਿਆਂ ਦੇ ਵਿੱਚ ਮਸ਼ੀਨਾਂ, ਕਾਰਖਾਨਿਆਂ ਦੇ ਵਿੱਚ ਸਮਾਨ ਕਹਿੰਦੇ ਕਿ ਜਲਦੀ ਤੋਂ ਜਲਦੀ ਤਿਆਰ ਹੋਣ ਲੱਗ ਪਿਆ ਸੀਗਾ। ਹੁਣ ਤਿਆਰ ਸਮਾਨ ਜਿਹੜਾ ਹੈ ਉਹ ਕਿੱਥੇ ਵੇਚਿਆ ਜਾਵੇ, ਇਸ ਦੇ ਲਈ ਵੱਧ ਤੋਂ ਵੱਧ ਮੰਡੀਆਂ ਜਿਹੜੀਆਂ ਹੋਂਦ ਦੇ ਵਿੱਚ ਆਈਆਂ। ਬਹੁਤ ਜ਼ਿਆਦੀਆਂ ਮੰਡੀਆਂ ਵਧਣ ਕਾਰਨ ਵਪਾਰ ਦੇ ਵਿੱਚ ਵੀ ਵਾਧਾ ਹੋਇਆ। ਹੁਣ ਜਿੱਥੇ ਕਾਰਖਾਨੇ ਵਗੈਰਾ ਲਗਾਏ ਗਏ ਉੱਥੇ ਲੋਕਾਂ ਦੇ ਰਹਿਣ ਦੇ ਲਈ, ਪਹਿਲਾਂ ਲੋਕ ਪਿੰਡਾਂ ਵਗੈਰਾ ਦੇ ਵਿੱਚ ਰਹਿੰਦੇ ਸਨ, ਪਰ ਹੁਣ ਜਿੱਥੇ ਕਾਰਖਾਨੇ ਲੱਗ ਗਏ ਨੇ, ਕਾਰਖਾਨਿਆਂ ਦੇ ਵਿੱਚ ਕੰਮ ਕਰਨ ਲਈ ਮਜ਼ਦੂਰ ਵਗੈਰਾ ਜਿਹੜੇ ਕੰਮ ਕਰਦੇ ਸਨ ਉਹ ਕਾਰਖਾਨਿਆਂ ਦੇ ਨੇੜੇ ਹੀ ਉਹਨਾਂ ਨੇ ਆਪਣੀ ਰਿਹਾਇਸ਼ ਵਗੈਰਾ ਬਣਾ ਲਈ, ਜਿਸ ਕਰਕੇ ਹੌਲੀ ਹੌਲੀ ਨਵੇਂ ਉਦਯੋਗਿਕ ਨਗਰ ਹੋਂਦ ਵਿੱਚ ਆਏ। ਜਿੱਥੇ ਵੱਡੇ ਵੱਡੇ ਉਦਯੋਗ ਕਾਰਖਾਨੇ ਲੱਗੇ ਉੱਥੇ ਹੀ ਨਵੇਂ ਨਗਰ ਜਿਹੜੇ ਹੋਂਦ ਵਿੱਚ ਆ ਕੇ ਸਥਾਪਿਤ ਹੋ ਗਏ ਸਨ, ਨਵੇਂ ਨਗਰ। ਸੋ ਕਹਿੰਦੇ ਕਿ ਹਰ ਇੱਕ ਫੀਲਡ ਦੇ ਵਿੱਚ ਜਿਹੜੀ ਇਹ ਅਸਾਧਾਰਨ ਜਿਹੜਾ ਵਿਕਾਸ ਹੋਇਆ ਸੀ, ਇਹ ਇਤਿਹਾਸ ਦੇ ਵਿੱਚ ਉਦਯੋਗਿਕ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਂਦਾ। ਹੁਣ ਇਸ ਉਦਯੋਗਿਕ ਕ੍ਰਾਂਤੀ ਨਾਲ ਰਿਲੇਟਡ ਇਤਿਹਾਸਕਾਰਾਂ ਦੀਆਂ ਕੋਟੇਸ਼ਨਸ ਨੇ। ਕੋਈ ਇਤਿਹਾਸਕਾਰ ਵੱਖ ਵੱਖ ਆਪਣੇ ਜਿਹੜੇ ਵਿਚਾਰ ਦਿੰਦਾ, ਜਿਵੇਂ CD ਹੇਜ਼ਨ ਕਹਿੰਦਾ ਆ। ਹੇਜ਼ਨ ਕਹਿੰਦਾ ਕਿ ਉਦਯੋਗਿਕ ਕ੍ਰਾਂਤੀ ਦਾ ਅਰਥ ਹੈ ਘਰੇਲੂ ਉਤਪਾਦਨ ਵਿਵਸਥਾ ਨੂੰ ਕਾਰਖਾਨਿਆਂ ਦੀ ਉਤਪਾਦਨ ਵਿਵਸਥਾ ਦੇ ਵਿੱਚ ਬਦਲਣਾ। ਕਿ ਪਹਿਲਾਂ ਘਰਾਂ ਦੇ ਵਿੱਚ ਕੰਮ ਹੁੰਦਾ ਸੀ, ਪਰ ਹੁਣ ਕਾਰਖਾਨਿਆਂ ਦੇ ਵਿੱਚ ਉਹੀ ਕੰਮ ਹੋਣ ਲੱਗ ਪਿਆ ਸੀ ਮਸ਼ੀਨਾਂ ਨਾਲ। ਐਲਿਸ ਮੈਗਜ਼ੀਨ ਦੀ ਇੱਕ ਕੋਟੇਸ਼ਨ ਆਉਂਦੀ ਹੈ, ਉਹ ਕੀ ਕਹਿੰਦਾ ਹੈ ਕਿ ਉਦਯੋਗਿਕ ਕ੍ਰਾਂਤੀ ਦਾ ਅਰਥ ਹੈ ਹੱਥ ਦੇ ਕੰਮਾਂ ਦਾ ਮਸ਼ੀਨਾਂ ਰਾਹੀਂ ਕੰਮਾਂ ਦੇ ਵਿੱਚ ਪਰਿਵਰਤਨ। ਤੇ ਅਰਨੋਲਡ ਟੋਇਨਬੀ, ਤੀਜੀ ਕੋਟੇਸ਼ਨ ਤੁਹਾਡੀ ਅਰਨੋਲਡ ਟੋਇਨਬੀ ਦੀ ਆਉਂਦੀ ਹੈ, ਜਿਹੜਾ ਕਿ ਇਸ ਉਦਯੋਗਿਕ ਕ੍ਰਾਂਤੀ ਦਾ ਸਮਾਂ ਦੱਸਦਾ ਹੈ। ਉਹ ਕਹਿੰਦਾ ਹੈ ਕਿ ਉਦਯੋਗਿਕ ਕ੍ਰਾਂਤੀ ਦਾ ਸਮਾਂ ਸੀ 1750 ਤੋਂ ਲੈ ਕੇ 1850 ਈਸਵੀ ਤੱਕ ਦਾ। ਇਹ ਤੁਹਾਡਾ 2 ਮਾਰਕਸ ਦਾ ਕੁਐਸਚਨ। ਉਦਯੋਗਿਕ ਕ੍ਰਾਂਤੀ ਦਾ ਸਮਾਂ ਕਿਹੜਾ ਸੀ? ਯੂਰਪ ਦੇ ਵਿੱਚ ਸ਼ੁਰੂ ਹੋਈ ਸੀ। ਯੂਰਪ ਤੋਂ ਬਾਅਦ ਹੌਲੀ ਹੌਲੀ ਦੂਜੇ ਮਹਾਂਦੀਪਾਂ ਦੇ ਦੇਸ਼ਾਂ ਦੇ ਵਿੱਚ ਉਦਯੋਗਿਕ ਕ੍ਰਾਂਤੀ ਆ ਗਈ ਸੀ। ਫਿਰ ਇਹਦੇ ਇੰਗਲੈਂਡ ਵਿੱਚ ਸ਼ੁਰੂ ਹੋਣ ਦੇ ਵੱਖ ਵੱਖ ਕਾਰਨ ਆਉਂਦੇ ਨੇ ਕਿ ਇੰਗਲੈਂਡ 'ਚ ਕਿਉਂ ਸ਼ੁਰੂ ਹੋਈ ਹੈ, ਕੀ ਕਾਰਨ ਸੀ। ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ, ਜਦੋਂ ਦਾ ਆਪਾਂ ਵਰਲਡ ਹਿਸਟਰੀ ਕਰ ਰਹੇ, ਬਾਰ ਇੰਗਲੈਂਡ ਦਾ ਹਰ ਇੱਕ ਕ੍ਰਾਂਤੀ ਦੇ ਵਿੱਚ ਵੀ ਨਾਮ ਆਉਂਦਾ ਆ। ਅਮਰੀਕਾ ਦੀ ਕ੍ਰਾਂਤੀ ਵਿੱਚ ਵੀ ਇੰਗਲੈਂਡ ਦਾ ਨਾਂ ਆਇਆ, ਫਰਾਂਸ ਦੇ ਵਿੱਚ ਵੀ ਆਇਆ, ਨਪੋਲੀਅਨ ਦੇ ਟਾਈਮ ਵੀ ਆਇਆ। ਨਪੋਲੀਅਨ ਨੇ ਇੰਗਲੈਂਡ ਨੂੰ ਹਰਾਉਣ ਲਈ ਮਹਾਂਦੀਪੀ ਵਿਵਸਥਾ ਅਪਣਾਈ ਸੀ। ਹੁਣ ਇੰਗਲੈਂਡ ਜੋ ਕਿ ਯੂਰਪ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸੀਗਾ, ਤਾਂ ਇਹ ਜਿਹੜੀ ਉਦਯੋਗਿਕ ਕ੍ਰਾਂਤੀ ਹੈ, ਨਵੀਆਂ ਨਵੀਆਂ ਮਸ਼ੀਨਾਂ ਦੀ ਖੋਜ ਹੈ ਜਿਹੜੀ, ਇਹ ਵੀ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਹੀ ਹੋਈ ਸੀ। ਇੰਗਲੈਂਡ ਦੇ ਵਿੱਚ ਇਹਦੇ ਸ਼ੁਰੂ ਹੋਣ ਦੇ ਕਿਹੜੇ ਕਿਹੜੇ ਕਾਰਨ? ਇੰਗਲੈਂਡ ਤੋਂ ਬਾਅਦ ਹੀ ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਉਦਯੋਗਿਕ ਕ੍ਰਾਂਤੀ ਜਿਹੜੀ ਫੈਲੀ ਸੀ। ਇੰਗਲੈਂਡ 'ਚ ਕਿਉਂ ਸ਼ੁਰੂ ਹੋਈ? ਇਹਦੇ ਵੱਖ ਵੱਖ ਕਾਰਨ ਨੇ, ਜਿਨ੍ਹਾਂ ਦੇ ਵਿੱਚ ਵੱਖ ਵੱਖ ਤੁਹਾਡੇ ਪੁਆਇੰਟ ਬਣਦੇ ਨੇ, ਉਹ ਤੁਸੀਂ ਅੱਛੀ ਤਰ੍ਹਾਂ ਕਰਨੇ ਨੇ ਸਾਰੇ ਦੇ ਸਾਰੇ। ਇੰਗਲੈਂਡ 'ਚ ਸ਼ੁਰੂ ਹੋਣ ਦੇ ਕਿਹੜੇ ਕਿਹੜੇ ਕਾਰਨ ਸਨ? ਭਾਵੇਂ ਤੁਸੀਂ ਕਾਰਨ ਲਿਖ ਵੀ ਲਓ, ਵੈਸੇ ਮੈਂ ਨੋਟਸ ਵੀ ਭੇਜ ਦਾਂਗੀ, ਉਹਦੇ ਤੋਂ ਵੀ ਤੁਸੀਂ ਨੋਟ ਕਰ ਸਕਦੀਆਂ। ਸਭ ਤੋਂ ਪਹਿਲਾ ਕਾਰਨ ਸੀ ਕਿ ਇੰਗਲੈਂਡ ਦੇ ਵਿੱਚ ਰਾਜਨੀਤਿਕ ਸਥਿਰਤਾ ਸੀ, ਸਥਿਰਤਾ ਦਾ ਸਮਾਂ ਸੀਗਾ। ਜਿਵੇਂ ਅਮਰੀਕਾ ਦੇ ਵਿੱਚ ਕ੍ਰਾਂਤੀ ਆਈ, ਫਰਾਂਸ ਦੇ ਵਿੱਚ ਆਈ, ਇੰਗਲੈਂਡ ਦੇ ਵਿੱਚ 1688 ਈਸਵੀ ਦੇ ਵਿੱਚ ਕ੍ਰਾਂਤੀ ਆ ਗਈ। ਉਸ ਤੋਂ ਬਾਅਦ ਸੰਵਿਧਾਨਿਕ ਸਰਕਾਰ ਜਿਹੜੀ ਉਹਦੀ ਸਥਾਪਨਾ ਹੋਈ ਇੰਗਲੈਂਡ ਦੇ ਵਿੱਚ।
ਬਹੁਤ ਹੀ ਜ਼ਿਆਦਾ ਕਹਿੰਦੇ ਕਿ ਸ਼ਾਂਤੀ ਵਾਲਾ ਮਾਹੌਲ ਸੀ ਤੇ ਇਸ ਸ਼ਾਂਤੀ ਵਾਲੇ ਮਾਹੌਲ ਦੇ ਵਿੱਚ ਉਦਯੋਗਿਕ ਕ੍ਰਾਂਤੀ ਜਿਹੜੀ ਉਹਦੇ ਲਈ ਰਾਹ ਪੱਧਰਾ ਹੋ ਗਿਆ ਸੀ, ਜਿਸ ਕਰਕੇ ਉਦਯੋਗਿਕ ਕ੍ਰਾਂਤੀ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਆਈ। ਦੂਜਾ ਕਾਰਨ ਹੈ ਇੰਗਲੈਂਡ ਦੇ ਲੋਕਾਂ ਨੂੰ ਰਾਜਨੀਤਿਕ ਸੁਤੰਤਰਤਾ ਸੀ, ਹਰ ਇੱਕ ਤਰ੍ਹਾਂ ਦੀ ਲਿਖਣ ਦੀ, ਬੋਲਣ ਦੀ, ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਸੀ, ਆਪਣੀ ਮਰਜ਼ੀ ਦਾ ਕੰਮ ਧੰਦਾ ਅਪਣਾ ਸਕਦੇ ਸਨ, ਜਿਸ ਕਰਕੇ ਉਹਨਾਂ ਨੇ ਨਵੇਂ ਨਵੇਂ ਧੰਦੇ ਅਪਣਾਏ, ਨਵੀਆਂ ਨਵੀਆਂ ਖੋਜਾਂ ਕੀਤੀਆਂ ਤੇ ਨਵੀਆਂ ਨਵੀਆਂ ਮਸ਼ੀਨਾਂ ਦੀ ਉਹਨਾਂ ਨੇ ਖੋਜ ਕੀਤੀ, ਜਿਸ ਕਰਕੇ ਉਦਯੋਗਿਕ ਕ੍ਰਾਂਤੀ ਜਿਹੜੀ ਨੇ ਇੰਗਲੈਂਡ ਦੇ ਵਿੱਚ ਆਈ। ਇਸ ਤੋਂ ਇਲਾਵਾ ਇੰਗਲੈਂਡ ਜਿਹੜਾ ਯੂਰਪੀ ਮਹਾਂਦੀਪ ਦਾ ਦੇਸ਼ ਇੰਗਲੈਂਡ, ਇਹ ਸਭ ਤੋਂ ਵੱਡੀ ਉਪਨਿਵੇਸ਼ਿਕ ਸ਼ਕਤੀ ਸੀ। ਅਫਰੀਕਾ ਮਹਾਂਦੀਪ, ਏਸ਼ੀਆ ਮਹਾਂਦੀਪ, ਵੱਧ ਤੋਂ ਵੱਧ ਇਹਨਾਂ ਦੇਸ਼ਾਂ ਵਿੱਚ ਇੰਗਲੈਂਡ ਦੀਆਂ ਬਸਤੀਆਂ ਸਨ ਤੇ ਉੱਥੋਂ ਇਹਨਾਂ ਨੂੰ ਕੱਚਾ ਮਾਲ ਪ੍ਰਾਪਤ ਹੁੰਦਾ ਸੀ। ਇਸ ਤੋਂ ਇਲਾਵਾ ਗਿਲਡ ਪ੍ਰਣਾਲੀ, ਇਹ ਤੁਹਾਡਾ 2 ਮਾਰਕਸ ਦਾ ਕੁਐਸਚਨ, ਗਿਲਡ ਸੰਘ ਬਣਾਏ ਹੋਏ ਸਨ, ਮਜ਼ਦੂਰਾਂ ਨੇ ਆਪਣੇ ਸੰਘ ਬਣਾਏ ਹੋਏ ਸਨ। ਕਿੰਨੇ ਘੰਟੇ ਕੰਮ ਕਰਨਾ ਹੈ, ਕੰਮ ਕਰਨ ਦੇ ਘੰਟੇ, ਕੀਮਤਾਂ ਵਗੈਰਾ ਨਿਰਧਾਰਿਤ ਕੀਤੀਆਂ ਜਾਂ ਵਪਾਰੀਆਂ ਦੇ ਸੰਘ ਸਨ, ਸੌਰੀ ਗਿਲਡ ਪ੍ਰਣਾਲੀ ਤੁਹਾਡੀ ਵਪਾਰੀਆਂ ਦੇ ਸੰਘ ਸਨ ਕਿ ਕਿਹੋ ਜਿਹੇ ਕਿਵੇਂ ਕੰਮ ਕਰਨਾ, ਕਿੰਨੇ ਘੰਟੇ ਕੰਮ ਕਰਨਾ, ਕਿਹੜੀ ਚੀਜ਼ ਤਿਆਰ ਕਰਨੀ, ਕਿਹੋ ਜਿਹੇ ਨਮੂਨੇ ਦੀ ਤਿਆਰ ਕਰਨੀ ਤੇ ਕਿਹੜੀ ਉਸਦੀ ਕੀਮਤ ਨਿਰਧਾਰਿਤ ਕਰਨੀ। ਇਹ ਗਿਲਡ ਪ੍ਰਣਾਲੀ ਕਹਿੰਦੇ ਕਿ ਇੰਗਲੈਂਡ ਦੇ ਵਿੱਚ ਸਭ ਤੋਂ ਕਹਿੰਦੇ ਕਿ ਵਧੀਆ ਸੀ, ਜਿਸ ਕਰਕੇ ਉਦਯੋਗਿਕ ਕ੍ਰਾਂਤੀ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ। ਸ਼ਕਤੀਸ਼ਾਲੀ ਜਲ ਸੈਨਾ, ਜਲ ਸੈਨਾ ਵੀ ਕਹਿੰਦੇ ਕਿ ਇੰਗਲੈਂਡ ਦੀ ਸਭ ਤੋਂ ਵਧੀਆ ਸੀਗੀ। ਇੰਗਲੈਂਡ ਇਹੋ ਜਿਹਾ ਦੇਸ਼ ਆਲੇ ਦੁਆਲੇ ਕਹਿੰਦੇ ਕਿ ਸਮੁੰਦਰ ਨਾਲ ਘਿਰਿਆ ਹੋਇਆ, ਆਪਣੇ ਜਿਹੜਾ ਤਿਆਰ ਮਾਲ ਕਾਰਖਾਨਿਆਂ ਵਿੱਚ ਮਾਲ ਤਿਆਰ ਹੋ ਜਾਂਦਾ ਸੀ, ਉਸਨੂੰ ਜਲਦੀ ਤੋਂ ਜਲਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਹੁੰਚਾਉਣ ਦਾ ਕੰਮ ਉਸਦੀ ਇਹ ਜਿਹੜੇ ਆ ਸਮੁੰਦਰੀ ਜਹਾਜ਼ ਜਿਹੜੇ ਇਹ ਕੰਮ ਕਰਦੇ ਸਨ। ਸਮੁੰਦਰਾਂ ਦੀ ਮਲਕਾ ਵੀ ਉਸਦੀ ਇਸ ਜਲ ਸੈਨਾ ਨੂੰ ਕਿਹਾ ਜਾਂਦਾ। ਭੂਗੋਲਿਕ ਵਿਸ਼ੇਸ਼ਤਾਵਾਂ ਕਾਰਨ ਵੀ ਕਹਿੰਦੇ ਕਿ ਇੰਗਲੈਂਡ ਦੇ ਵਿੱਚ ਹੀ ਉਦਯੋਗਿਕ ਕ੍ਰਾਂਤੀ ਆਈ। ਠੰਡਾ ਜਲਵਾਯੂ ਸੀਗਾ, ਠੰਡ ਬਹੁਤ ਜ਼ਿਆਦਾ ਪੈਂਦੀ ਸੀ, ਜਿਸ ਕਰਕੇ ਲੋਕ ਬਹੁਤ ਹੀ ਜ਼ਿਆਦਾ ਮਿਹਨਤੀ ਹੋ ਗਏ ਸਨ। ਠੰਡੇ ਜਲਵਾਯੂ ਕਾਰਨ ਲੋਕ ਸ਼ਕਤੀਸ਼ਾਲੀ ਮਿਹਨਤੀ ਬਣ ਗਏ ਸਨ। ਚਾਰੇ ਪਾਸਿਓਂ ਕਹਿੰਦੇ ਕਿ ਸਮੁੰਦਰ ਨਾਲ ਘਿਰੇ ਹੋਣ ਕਰਕੇ ਉਹ ਆਪਣਾ ਸਮਾਨ ਜਿਹੜਾ ਜਲਦੀ ਤੋਂ ਜਲਦੀ ਸਮੁੰਦਰੀ ਜਹਾਜ਼ਾਂ ਰਾਹੀਂ ਦੂਜੇ ਦੇਸ਼ਾਂ ਦੇ ਵਿੱਚ ਪਹੁੰਚਾ ਦਿੰਦੇ ਸਨ। ਖਣਿਜ ਪਦਾਰਥ ਆ ਜਾਂਦੇ ਨੇ ਜਿਹੜੇ ਸਭ ਤੋਂ ਜ਼ਿਆਦਾ ਇੰਗਲੈਂਡ ਦੇ ਵਿੱਚ ਪਾਏ ਗਏ ਨੇ, ਕੋਲੇ ਅਤੇ ਲੋਹੇ ਦੇ, ਜਿਸ ਕਰਕੇ ਉਦਯੋਗਿਕ ਕ੍ਰਾਂਤੀ ਉੱਥੇ ਆਈ। ਵਿਗਿਆਨਕ ਖੋਜਾਂ ਹੋਈਆਂ ਇੰਗਲੈਂਡ ਦੇ ਵਿੱਚ ਹੀ, ਉਹੀ ਜਿਵੇਂ ਪਹਿਲਾਂ ਹੀ ਦੱਸਿਆ, ਲਿਖਣ ਦੀ, ਬੋਲਣ ਦੀ, ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਦੇ ਕਾਰਨ ਲੋਕਾਂ ਨੇ ਵੱਖ ਵੱਖ ਧੰਦੇ ਅਪਣਾਏ ਤੇ ਨਵੀਆਂ ਨਵੀਆਂ ਖੋਜਾਂ ਕੀਤੀਆਂ। ਜਨਸੰਖਿਆ ਵੀ ਬਹੁਤ ਜ਼ਿਆਦਾ ਵੱਧ ਗਈ ਸੀ ਇੰਗਲੈਂਡ ਦਾ ਉਹ ਸਮਾਂ, ਕਿ ਜਦੋਂ ਜਨਸੰਖਿਆ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ, ਉਹਨਾਂ ਦੇ ਰੋਟੀ ਕੱਪੜਾ ਮਕਾਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ, ਕਿ ਜਲਦੀ ਤੋਂ ਜਲਦੀ ਉਹਨਾਂ ਦੀ ਇਹ ਮੰਗ ਪੂਰੀ ਕੀਤੀ ਗਈ, ਜਿਸ ਕਰਕੇ ਨਵੀਆਂ ਨਵੀਆਂ ਮਸ਼ੀਨਾਂ ਦੀ ਖੋਜ ਹੋਈ। ਕਾਰਖਾਨਿਆਂ ਦੇ ਵਿੱਚ ਲੋਕਾਂ ਦੀ ਲੋੜ ਅਨੁਸਾਰ, ਜ਼ਰੂਰਤ ਅਨੁਸਾਰ ਸਮਾਨ ਜਲਦੀ ਤੋਂ ਜਲਦੀ ਤਿਆਰ ਕਰਨ ਦੇ। ਫਿਰ ਅਗਲਾ ਕਾਰਨ ਸੀਗਾ ਧਨ ਵੀ ਬਹੁਤ ਜ਼ਿਆਦਾ ਸੀ। ਯੂਰਪੀ ਮਹਾਂਦੀਪ ਦੇ ਦੇਸ਼ਾਂ ਦੇ ਵਿੱਚੋਂ ਜੇਕਰ ਦੇਖਿਆ ਜਾਵੇ ਤਾਂ ਇੰਗਲੈਂਡ ਦੇ ਕੋਲ ਬਹੁਤ ਹੀ ਜ਼ਿਆਦਾ ਧਨ ਸੀ, ਸਰਪਲਸ ਮਨੀ ਸੀ। ਆਪਣੀ ਇਸ ਧਨ ਨੂੰ ਹੀ ਉਸਨੂੰ ਕਹਿੰਦੇ, ਧਨ ਨੂੰ ਹੀ ਬਿੰਦੂ ਕਰ ਦਿਓ ਬੇਟਾ, ਕਿਹੜੇ ਆ? ਜਿਸ ਕਰਕੇ ਕਹਿੰਦੇ ਕਿ ਉਦਯੋਗਿਕ ਕ੍ਰਾਂਤੀ ਇੰਗਲੈਂਡ ਵਿੱਚ ਆਈ। ਇਸ ਤੋਂ ਬਾਅਦ ਬੈਂਕ ਵਿਵਸਥਾ ਵੀ ਬੜੀ ਜ਼ਿਆਦਾ ਵਧੀਆ ਸੀ ਯੂਰਪ ਦੇ ਹੋਰ ਦੇਸ਼ਾਂ ਦੇ ਨਾਲੋਂ। ਇੰਗਲੈਂਡ ਦੇ ਵਿੱਚ ਕਹਿੰਦੇ ਕਿ ਬਹੁਤ ਹੀ ਆਸਾਨ ਕਿਸ਼ਤਾਂ ਦੇ ਉੱਤੇ ਕਰਜ਼ੇ ਮਿਲਦੇ ਸਨ, ਜਿਸ ਕਰਕੇ ਵਪਾਰੀਆਂ ਨੇ ਵੱਧ ਤੋਂ ਵੱਧ ਇਹਨਾਂ ਬੈਂਕਾਂ ਤੋਂ ਇੱਥੋਂ ਕਰਜ਼ਾ ਲਿਆ, ਘੱਟ ਤੋਂ ਘੱਟ ਵਿਆਜ ਦੇ ਉੱਤੇ ਕਰਜ਼ੇ ਲੈ ਕੇ ਇਹਨਾਂ ਨੇ ਨਵੇਂ ਨਵੇਂ ਕਾਰਖਾਨੇ ਸਥਾਪਿਤ ਕੀਤੇ। ਖੇਤੀਬਾੜੀ ਦਾ ਵਿਕਾਸ ਵੀ ਇੰਗਲੈਂਡ ਦੇ ਵਿੱਚ ਸਭ ਤੋਂ ਜ਼ਿਆਦਾ ਸੀ। ਨਵੇਂ ਸੰਦ, ਨਵੀਆਂ ਖੋਜਾਂ, ਨਵੇਂ ਬੀਜ ਕਾਰਨ ਉਤਪਾਦਨ ਵਿੱਚ ਵਾਧਾ ਹੋਇਆ। ਉਤਪਾਦਨ ਵਧਣ ਨਾਲ ਕਾਰਖਾਨਿਆਂ ਨੂੰ ਵੀ ਉਹਨਾਂ ਦੇ ਵੱਧ ਤੋਂ ਵੱਧ ਕੱਚਾ ਮਾਲ ਪ੍ਰਾਪਤ ਹੋਇਆ। ਲਾਸਟ ਪੁਆਇੰਟ ਜਿਹੜਾ ਆਉਂਦਾ ਕਿ ਇੰਗਲੈਂਡ ਇਹੋ ਜਿਹਾ ਦੇਸ਼, ਯੂਰਪੀ ਮਹਾਂਦੀਪ ਦਾ ਇਹੋ ਜਿਹਾ ਦੇਸ਼, ਜਿਸ ਦੀਆਂ ਕਿ ਵੱਖ ਵੱਖ ਮਹਾਂਦੀਪਾਂ ਦੇ ਵਿੱਚ ਬਸਤੀਆਂ ਸਨ, ਅਫਰੀਕਾ ਦੇ ਵਿੱਚ ਵੀ ਤੇ ਏਸ਼ੀਆ ਦੀ। ਏਸ਼ੀਆ ਦੇ ਵਿੱਚ ਸਭ ਤੋਂ ਮਹੱਤਵਪੂਰਨ ਉਸਦੀ ਬਸਤੀ ਭਾਰਤ ਸੀ, ਤੇ ਭਾਰਤ ਤੋਂ ਇੰਗਲੈਂਡ ਨੂੰ ਇਹ ਉਹ ਸਮਾਂ ਸੀ 1757 ਈਸਵੀ ਦੀ ਲੜਾਈ, ਪਲਾਸੀ ਬਕਸਰ ਦਾ ਯੁੱਧ। ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਜਿੱਤ ਲਿਆ ਸੀਗਾ, ਰਾਜਨੀਤਿਕ ਸੱਤਾ ਹਾਸਲ ਕਰ ਲਈ ਸੀ, ਤੇ ਇਸ ਸੱਤਾ ਤੋਂ ਬਾਅਦ ਉਹਨਾਂ ਨੇ ਭਾਰਤ ਦਾ ਆਰਥਿਕ ਸ਼ੋਸ਼ਣ ਸ਼ੁਰੂ ਕਰ ਦਿੱਤਾ ਸੀ। ਭਾਰਤ ਤੋਂ ਵੱਧ ਮਾਤਰਾ ਦੇ ਵਿੱਚ ਕੱਚਾ ਮਾਲ ਜਿਹੜਾ ਇੰਗਲੈਂਡ ਦੇ ਇਹਨਾਂ ਕਾਰਖਾਨਿਆਂ ਤੱਕ ਪਹੁੰਚਣ ਲੱਗਾ ਸੀ। ਸੋ ਇਹ ਵੱਧ ਤੋਂ ਵੱਧ ਇਹਨਾਂ ਦੀਆਂ ਦੂਜੇ ਮਹਾਂਦੀਪਾਂ ਵਿੱਚ ਬਸਤੀਆਂ, ਜਿੱਥੋਂ ਇਹਨਾਂ ਨੂੰ ਕੱਚਾ ਮਾਲ ਪ੍ਰਾਪਤ ਹੋਇਆ, ਜਿਸ ਕਾਰਨ ਵੀ ਉਦਯੋਗਿਕ ਕ੍ਰਾਂਤੀ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਹੀ ਆਈ ਸੀ। ਉਸ ਤੋਂ ਅੱਗੇ ਤੁਹਾਡਾ ਆ ਜਾਂਦਾ ਕਿ ਕਿਹੜੀਆਂ ਕਿਹੜੀਆਂ ਖੋਜਾਂ ਹੋਈਆਂ। ਇੰਗਲੈਂਡ ਦੇ ਵਿੱਚ ਸ਼ੁਰੂ ਹੋਣ ਦੇ ਕਾਰਨਾਂ ਤੋਂ ਬਾਅਦ ਇੰਗਲੈਂਡ ਵਿੱਚ ਸ਼ੁਰੂਆਤ ਹੋ ਗਈ। ਹੁਣ ਇੰਗਲੈਂਡ ਵਿੱਚ ਕਿਹੜੀਆਂ ਕਿਹੜੀਆਂ ਮਸ਼ੀਨਾਂ ਦੀ ਖੋਜ ਹੋਈ ਸੀ, ਹਰ ਇੱਕ ਮਸ਼ੀਨ ਦਾ ਨਾਮ, ਕਦੋਂ ਹੋਈ, ਤੇ ਉਸ ਮਸ਼ੀਨ ਦੀ ਕੀ ਖਾਸੀਅਤ ਸੀ, ਕੀ ਕੰਮ ਸੀਗੇ ਉਹਦੇ। ਇਹ ਤੁਹਾਡੇ 2-2 ਨੰਬਰ ਦੇ ਕੁਐਸਚਨ ਬਣਨਗੇ। ਜਿਵੇਂ ਸਭ ਤੋਂ ਪਹਿਲਾਂ ਖੋਜਾਂ ਦੇ ਵਿੱਚ ਆ ਜਾਂਦੀਆਂ ਤੁਹਾਡੀਆਂ ਕੱਪੜੇ ਦੇ ਉਦਯੋਗ ਨਾਲ ਸੰਬੰਧਿਤ ਖੋਜਾਂ ਹੋਈਆਂ।
ਕਹਿੰਦੇ ਕਿ ਪਹਿਲਾਂ ਕੇਵਲ ਕੱਪੜਾ ਜਿਹੜਾ ਹੱਥ ਦੇ ਨਾਲ ਹੀ ਕੱਤਿਆ ਜਾਂਦਾ ਸੀ, ਜਿਵੇਂ ਚਰਖੇ ਦੇ ਨਾਲ ਸਿਰਫ ਤੇ ਸਿਰਫ ਇੱਕ ਇੱਕ ਧਾਗਾ ਕੱਤਿਆ ਜਾਂਦਾ ਸੀ, ਫਿਰ ਜਲਾਈ ਦੁਆਰਾ ਬੁਣਿਆ ਜਾਂਦਾ ਸੀ, ਫਿਰ ਉਸ ਕੱਪੜੇ ਨੂੰ ਰੰਗਣ ਦਾ ਕੰਮ ਹੁੰਦਾ ਸੀ ਤੇ ਕਈ ਕਈ ਮਹੀਨੇ ਲੱਗ ਜਾਂਦੇ ਸੀਗੇ ਉਸ ਕੱਪੜੇ ਨੂੰ ਤਿਆਰ ਕਰਨ ਦੇ ਲਈ। ਪਰ ਹੁਣ ਇਹੋ ਜਿਹੀਆਂ ਮਸ਼ੀਨਾਂ ਦੀ ਖੋਜ ਹੋ ਗਈ ਜਿਹਦੇ ਨਾਲ ਜਲਦੀ ਤੋਂ ਜਲਦੀ ਕੱਪੜਾ ਤਿਆਰ ਹੋਣ ਲੱਗ ਗਿਆ। ਇਹੋ ਜਿਹੀਆਂ ਮਸ਼ੀਨਾਂ ਦੀ ਖੋਜ ਹੈ ਜਿਹਦੇ ਨਾਲ ਇੱਕੋ ਸਮੇਂ ਇੱਕ ਦੀ ਥਾਂ ਤੇ ਹੁਣ 8-8 ਧਾਗੇ ਜਿਹੜੇ ਤਿਆਰ ਹੁੰਦੇ ਸਨ। ਹੁਣ ਉਹ ਕਿਹੜੀਆਂ ਮਸ਼ੀਨਾਂ ਸਨ, ਜਿਹਦੇ ਵਿੱਚ ਫਸਟ ਨਾਮ ਆ ਰਿਹਾ ਜੀ ਤੁਹਾਡਾ ਸਪਿਨਿੰਗ ਜੈਨੀ ਦਾ। ਸਪਿਨਿੰਗ ਜੈਨੀ ਮਸ਼ੀਨ ਹੈ, ਤੁਸੀਂ ਅੰਡਰਲਾਈਨ ਕਰ ਲਓ ਆਪਣੀ ਬੁੱਕ ਤੇ ਜੇਕਰ ਤੁਹਾਡੇ ਆ ਰਹੀ ਹੈ, ਜੇ ਤੁਸੀਂ ਕਾਪੀਆਂ ਲੈ ਕੇ ਬੈਠੀਆਂ ਹੋ ਤੇ ਲਿਖ ਲਓ ਸਪਿਨਿੰਗ ਜੈਨੀ। ਸਭ ਤੋਂ ਪਹਿਲੀ ਮਸ਼ੀਨ ਖੋਜ ਇਹਦੀ ਹੋਈ ਸੀ ਜੀ 1764 ਈਸਵੀ ਦੇ ਵਿੱਚ। ਸਪਿਨਿੰਗ ਜੈਨੀ ਨਾਂ ਦੀ ਮਸ਼ੀਨ ਦੀ ਖੋਜ 1764 ਈਸਵੀ ਦੇ ਵਿੱਚ ਖੋਜ ਕੀਤੀ ਸੀ ਜੀ ਹਾਰਗਰੀਵਜ਼ ਨੇ। ਹਾਰਗਰੀਵਜ਼ ਨਾਮ ਦੇ ਵਿਅਕਤੀ ਨੇ ਕੀਤੀ ਸੀ। ਇਸ ਮਸ਼ੀਨ ਦੇ ਨਾਲ ਕਹਿੰਦੇ ਕਿ ਇੱਕੋ ਸਮੇਂ 8 ਜਾਂ 10 ਧਾਗੇ ਤਿਆਰ ਹੁੰਦੇ ਸਨ। ਇਸ ਮਸ਼ੀਨ ਦੇ ਨਾਲ ਬਹੁਤ ਹੀ ਘੱਟ ਮਿਹਨਤ ਦੇ ਨਾਲ ਹੀ ਜਲਦੀ ਤੋਂ ਜਲਦੀ ਸੂਟ ਤਿਆਰ ਹੋ ਜਾਂਦਾ ਸੀ। ਪਹਿਲੀ ਮਸ਼ੀਨ। ਦੂਜੀ ਮਸ਼ੀਨ ਦਾ ਨਾਮ ਹੈ ਜੀ ਵਾਟਰ ਫਰੇਮ। ਵਾਟਰ ਫਰੇਮ ਜਿਹਦੀ ਖੋਜ ਹੋਈ ਸੀ 1769 ਦੇ ਵਿੱਚ ਤੇ ਇਹਦੀ ਖੋਜ ਕੀਤੀ ਸੀ ਰਿਚਰਡ ਆਰਕਰਾਈਟ ਨੇ। ਰਿਚਰਡ ਆਰਕਰਾਈਟ ਨਾਮ ਦੇ ਵਿਅਕਤੀ ਦੁਆਰਾ ਇਹਦੀ ਖੋਜ ਕੀਤੀ ਗਈ ਸੀ। ਕਹਿੰਦੇ ਕਿ ਰਿਚਰਡ ਆਰਕਰਾਈਟ ਨੂੰ ਸਰ ਦਾ ਖਿਤਾਬ ਵੀ ਮਿਲਿਆ ਸੀ ਤੇ ਨਾਲੇ ਇਸ ਨੂੰ ਆਧੁਨਿਕ ਫੈਕਟਰੀ ਪ੍ਰਣਾਲੀ ਦਾ ਪਿਤਾ ਵੀ ਕਿਹਾ ਜਾਂਦਾ ਹੈ ਉਸਦੀ ਇਸ ਮਸ਼ੀਨ ਦੀ ਖੋਜ ਕਾਰਨ। ਉਸ ਤੋਂ ਅਗਲੀ ਮਸ਼ੀਨ ਦਾ ਨਾਮ ਹੈ ਜੀ ਮਿਊਲ। MULE ਮਿਊਲ 1779 ਦੇ ਵਿੱਚ ਸੈਮੂਅਲ ਕਰੰਪਟਨ ਦੁਆਰਾ ਇਹਦੀ ਖੋਜ ਕੀਤੀ ਗਈ ਸੀ। ਉਸ ਤੋਂ ਬਾਅਦ ਜੀ ਫਲਾਈਂਗ ਸ਼ਟਲ। ਅਗਲੀ ਮਸ਼ੀਨ ਕੱਪੜੇ ਦੇ ਬੁਣਨ ਨਾਲ ਸੰਬੰਧਿਤ ਮਸ਼ੀਨ ਸੀ 1773 ਇਹਦੀ ਖੋਜ ਕੀਤੀ ਫਲਾਈਂਗ ਸ਼ਟਲ ਦੀ ਜੌਨ ਕੇ ਦੁਆਰਾ। ਹਾਂਜੀ ਕਰਦੀਆਂ ਹੋ, ਚਲੋ ਠੀਕ ਹੈ। ਮੈਨੂੰ ਸੀਗਾ ਮੈਂ ਪੂਰੀ ਵੀਡੀਓ ਫਿਰ ਤੁਹਾਨੂੰ ਭੇਜ ਵੀ ਦੇਵਾਂਗੀ, ਆਰਾਮ ਨਾਲ ਲਿਖੀ ਜਾ। ਸਪਿਨਿੰਗ ਜੈਨੀ ਫਸਟ ਹੋ ਗਈ ਬੇਟਾ, ਸੈਕਿੰਡ ਹੋ ਗਈ ਹੈ ਵਾਟਰ ਫਰੇਮ, ਥਰਡ ਹੋ ਗਈ ਹੈ ਜੀ ਮਿਊਲ। ਤੀਜੀ ਮਸ਼ੀਨ ਹੈ ਜੀ ਮਿਊਲ 1779 ਸੈਮੂਅਲ ਕਰੰਪਟਨ ਦੁਆਰਾ। ਸੈਮੂਅਲ ਕਰੰਪਟਨ ਦੁਆਰਾ ਇਹਦੀ ਖੋਜ ਕੀਤੀ ਗਈ। ਉਸ ਤੋਂ ਬਾਅਦ ਅਗਲੀ ਮਸ਼ੀਨ ਆ ਗਈ ਜੀ ਫਲਾਈਂਗ ਸ਼ਟਲ। ਫਲਾਈਂਗ ਸ਼ਟਲ 1773 ਜੌਨ ਕੇ ਦੁਆਰਾ। ਫਿਰ ਹੈ ਜੀ ਪਾਵਰਲੂਮ। ਪਾਵਰਲੂਮ ਦੀ 1785 ਦੇ ਵਿੱਚ 1785 ਐਡਮੰਡ ਕਾਰਰਾਈਟ ਦੁਆਰਾ ਪਾਵਰਲੂਮ ਦੀ ਖੋਜ ਕੀਤੀ। ਪਾਣੀ ਨਾਲ ਚੱਲਦੀ ਸੀ ਇਹ ਮਸ਼ੀਨ। ਕੱਪੜੇ ਨਾਲ ਸੰਬੰਧਿਤ ਹੀ ਇਹ ਸਾਰੀਆਂ ਮਸ਼ੀਨਾਂ। ਫਿਰ ਹੈ ਜੀ ਕਾਟਨ ਜਿਨ। ਕਾਟਨ ਜਿਨ 1793 ਐਲੀ ਵਿਟਨੇ। ਐਲੀ ਵਿਟਨੇ ਦੁਆਰਾ ਇਹਦੀ ਖੋਜ ਕੀਤੀ ਗਈ। ਕਤਾਈ ਤੋਂ ਪਹਿਲਾਂ ਕਹਿੰਦੇ ਕਿ ਬੜੀ ਤੇਜ਼ੀ ਦੇ ਨਾਲ ਵੜੇਵੇਂ ਕੱਢਣ ਦਾ ਕੰਮ ਕਰਦੀ ਸੀ ਇਹ। ਕਪਾਹ ਦੇ ਨਾਲੋਂ ਵੜੇਵਿਆਂ ਨੂੰ ਅੱਡ ਕਰਨ ਦਾ ਕੰਮ ਕਰਦੀ ਸੀ। ਫਿਰ ਹੈ ਜੀ ਸਿਲੰਡਰ ਪ੍ਰਿੰਟਿੰਗ। ਇਹਦੀ ਖੋਜ ਕੱਪੜੇ ਨਾਲ ਰੰਗਣ ਨਾਲ ਸੰਬੰਧਿਤ ਮਸ਼ੀਨ ਸੀ। 18ਵੀਂ ਸਦੀ ਚ ਹੋਈ ਹੈ, ਕੋਈ ਖਾਸ ਇਹਦਾ ਈਅਰ ਨਹੀਂ ਆ ਰਿਹਾ ਹੈਗਾ। ਸਿਲੰਡਰ ਪ੍ਰਿੰਟਿੰਗ ਇਸ ਦਾ ਕੰਮ ਕੀ ਸੀਗਾ, 18ਵੀਂ ਸਦੀ ਚ ਇਹਦੀ ਖੋਜ ਕੀਤੀ ਸੀ ਬੈਲ ਨਾਮ ਦੇ ਵਿਅਕਤੀ ਨੇ। ਕੱਪੜੇ ਨੂੰ ਰੰਗਣ ਦਾ ਕੰਮ ਕਰਦੀ ਸੀ। ਕੱਪੜੇ ਨਾਲ ਸੰਬੰਧਿਤ ਹੋ ਗਈਆਂ ਮਸ਼ੀਨਾਂ। ਉਸ ਤੋਂ ਬਾਅਦ ਭਾਫ ਸ਼ਕਤੀ ਨਾਲ ਸੰਬੰਧਿਤ। ਭਾਫ ਸ਼ਕਤੀ ਦੀ ਜਿਹੜੀ ਵਰਤੋਂ ਕੀਤੀ ਗਈ ਹੈ, ਨਵੇਂ ਭਾਫ ਨਾਲ ਚੱਲਣ ਵਾਲੇ ਇੰਜਣਾਂ ਦੀ ਖੋਜ ਕੀਤੀ ਗਈ ਹੈ ਤੇ ਜਿਹਦੇ ਵਿੱਚ ਪਹਿਲਾ ਭਾਫ ਇੰਜਣ 1705 ਈਸਵੀ ਦੇ ਵਿੱਚ 1705 ਦੇ ਵਿੱਚ ਪਹਿਲਾ ਭਾਫ ਇੰਜਣ ਜਿਹਦੀ ਖੋਜ ਕੀਤੀ ਗਈ ਥਾਮਸ ਨਿਊ ਕਾਮਨ ਦੇ ਦੁਆਰਾ। 1705 ਪਹਿਲੇ ਭਾਫ ਇੰਜਣ ਦੀ ਖੋਜ ਥਾਮਸ ਨਿਊ ਕਾਮਨ। ਦੂਸਰਾ ਭਾਫ ਇੰਜਣ 1769 ਜੇਮਸ ਵਾਟ ਦੇ ਦੁਆਰਾ ਇਹਦੀ ਖੋਜ ਕੀਤੀ ਗਈ। ਫਿਰ ਹੈ ਜੀ ਉਸ ਤੋਂ ਬਾਅਦ ਭਾਫ ਇੰਜਣ ਤੋਂ ਬਾਅਦ ਕੋਲੇ ਅਤੇ ਲੋਹੇ ਨਾਲ ਸੰਬੰਧਿਤ ਖੋਜਾਂ ਹੋਈਆਂ, ਜਿਹਦੇ ਵਿੱਚ 1709 ਦੇ ਵਿੱਚ ਕੋਲੇ ਲੋਹੇ ਨਾਲ ਸੰਬੰਧਿਤ ਜਿਹੜੀਆਂ ਖੋਜਾਂ ਉਹਦੇ ਵਿੱਚ 1709 ਅਬਰਾਹਿਮ ਡਰਬੀ ਦੁਆਰਾ ਜਲੇ ਹੋਏ ਕੋਇਲੇ ਨਾਲ ਲੋਹੇ ਨੂੰ ਪਿਘਲਾਉਣ ਦਾ ਸਫਲ ਤਜਰਬਾ ਕੀਤਾ ਗਿਆ। ਅਬਰਾਹਿਮ ਡਰਬੀ ਜਲੇ ਹੋਏ ਕੋਲੇ ਦੁਆਰਾ ਲੋਹੇ ਨੂੰ ਪਿਘਲਾਉਣ ਦਾ ਤਜਰਬਾ ਕੀਤਾ ਗਿਆ। ਉਸ ਤੋਂ ਬਾਅਦ 1784 ਹੈਨਰੀ ਕੋਟ ਦੁਆਰਾ ਲੋਹੇ ਨੂੰ ਪਿਘਲਾ ਕੇ ਸ਼ੁੱਧ ਕਰਨ ਦੀ ਨਵੀਂ ਵਿਧੀ
ਦੀ ਤਲਾਸ਼ ਕੀਤੀ ਗਈ ਸੀ। ਨੈਕਸਟ ਹੈ ਜੀ ਤੁਹਾਡਾ ਵੈਰੀ ਇੰਪੋਰਟੈਂਟ ਜਿਹੜੀ ਅਗਲੀ ਹੈ ਸੇਫਟੀ ਲੈਂਪ। ਸੇਫਟੀ ਲੈਂਪ 2 ਮਾਰਕਸ ਦਾ ਵੈਰੀ ਇੰਪੋਰਟੈਂਟ ਕੁਐਸਚਨ, ਬਾਰ-ਬਾਰ ਇਹ ਪੇਪਰਾਂ 'ਚ ਆਇਆ ਹੋਇਆ। ਸੇਫਟੀ ਲੈਂਪ ਇਹਦੀ ਖੋਜ ਕੀਤੀ ਗਈ ਸੀ 1815 ਈਸਵੀ ਦੇ ਵਿੱਚ। 1815 ਈਸਵੀ ਦੇ ਵਿੱਚ ਸੇਫਟੀ ਲੈਂਪ ਦੀ ਖੋਜ ਕੀਤੀ ਗਈ ਹੈਮਫਰੀ ਡੇਵੀ ਦੇ ਦੁਆਰਾ। ਹੈਮਫਰੀ ਡੇਵੀ ਦੁਆਰਾ ਖੋਜ ਕੀਤੀ ਗਈ ਸੀ। ਇਸ ਸੇਫਟੀ ਲੈਂਪ ਨਾਮਕ ਜਿਹੜਾ ਜੰਤਰ ਸੀਗਾ, ਇਸ ਦੇ ਨਾਲ ਕੀ ਕੀਤਾ ਜਾਂਦਾ ਸੀ, ਕੋਲੇ ਦੀਆਂ ਖਾਨਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਜੀਵਨ ਜਿਹੜਾ ਸੁਰੱਖਿਅਤ ਹੋ ਗਿਆ ਸੀਗਾ। ਸੇਫਟੀ ਲੈਂਪ। ਉਸ ਤੋਂ ਬਾਅਦ ਆਉਂਦਾ ਹੈਮਫਰੀ ਡੇਵੀ। ਹੈਮਫਰੀ ਡੇਵੀ ਦੁਆਰਾ 1815 ਡੇਟ ਯਾਦ ਕਰਨੀ ਹੋਵੇ ਤਾਂ ਉਸ ਸਮੇਂ ਤੁਹਾਡੀ ਵਿਆਨਾ ਕਾਂਗਰਸ ਹੋਈ ਸੀ 1815 ਚ। ਉਦੋਂ ਖੋਜ ਹੋਈ 1815 ਹੈਮਫਰੀ ਡੇਵੀ ਦੇ ਦੁਆਰਾ ਸੇਫਟੀ ਲੈਂਪ ਦੀ। ਉਸ ਤੋਂ ਅੱਗੇ ਜੀ ਆਵਾਜਾਈ ਸੰਚਾਰ ਸਾਧਨਾਂ ਨਾਲ ਸੰਬੰਧਿਤ ਖੋਜਾਂ ਹੋਈਆਂ, ਜਿਹਦੇ ਵਿੱਚ ਸੜਕਾਂ, ਨਹਿਰਾਂ ਵਗੈਰਾ ਆ ਜਾਂਦੀਆਂ ਨੇ, ਰੇਲਾਂ ਆ ਜਾਂਦੀਆਂ ਨੇ। ਹੁਣ ਸੜਕਾਂ ਦੇ ਵਿੱਚ ਦੇਖੋ ਜੀ ਨਾਮ ਆ ਰਿਹਾ ਹੈ ਜੀ ਤੁਹਾਡਾ ਮੈਟਕਾਫ ਦਾ। ਸੜਕਾਂ ਦੇ ਵਿੱਚ ਜੌਨ ਮੈਟਕਾਫ ਦੁਆਰਾ ਦਾ ਨਾਮ ਆ ਰਿਹਾ ਹੈ, ਜਿਸ ਨੇ ਕਿ ਲੁੱਕ ਅਤੇ ਛੋਟੇ ਪੱਥਰ ਪਾ ਕੇ ਵਧੀਆ ਢੰਗ ਦੀਆਂ ਸੜਕਾਂ ਦੇ ਨਿਰਮਾਣ ਦਾ ਤਰੀਕਾ ਇਜਾਦ ਕੀਤਾ ਸੀ। ਲੁੱਕ ਤੇ ਛੋਟੇ ਪੱਥਰ। ਮੈਟਕਾਫ ਤੋਂ ਬਾਅਦ ਆ ਜਾਂਦਾ ਜੀ ਨਾਮ ਮੈਕੇਡਮ ਦਾ। ਮੈਕੇਡਮ ਦਾ ਤੇ ਥਾਮਸ ਟੈਲਫੋਰਡ ਦਾ। ਮੈਕੇਡਮ, ਥਾਮਸ ਟੈਲਫੋਰਡ ਨੇ ਵੀ ਸੜਕਾਂ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਜਿਹੜੀਆਂ ਲੁੱਕ ਵਾਲੀਆਂ ਹੁਣ ਵੀ ਅੱਜ ਦੇ ਸਮੇਂ 'ਚ ਵੀ ਸੜਕਾਂ ਬਣਦੀਆਂ ਨੇ, ਇਹਨਾਂ ਦੀ ਇਜਾਦ ਕਰਨ ਵਾਲੇ ਇਹ ਮੈਟਕਾਫ, ਮੈਕੇਡਮ ਤੇ ਟੈਲਫੋਰਡ ਸਨ। ਨਹਿਰਾਂ ਨਾਲ ਸੰਬੰਧਿਤ ਜੇਮਸ ਬ੍ਰਿੰਡਲੇ ਦਾ ਨਾਮ ਆਉਂਦਾ। ਨਹਿਰਾਂ ਨਾਲ ਰਿਲੇਟਡ ਜੇਮਸ ਬ੍ਰਿੰਡਲੇ, ਜਿਸ ਨੇ ਕਿ 1759 ਦੇ ਵਿੱਚ 1759 ਦੇ ਵਿੱਚ ਨਹਿਰਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ 1772 ਦੇ ਵਿੱਚ ਇੰਗਲੈਂਡ ਵਿੱਚ ਕਹਿੰਦੇ ਕਿ ਮਾਨਚੈਸਟਰ ਤੋਂ ਲੈ ਕੇ ਲਿਵਰਪੂਲ ਤੱਕ ਨਹਿਰਾਂ ਬਣ ਗਈਆਂ ਸਨ। ਇਹ ਨਵੀਂ ਵਿਧੀ ਇਜਾਦ ਕੀਤੀ ਕਿ ਕਿਵੇਂ ਖੇਤੀ ਦੇ ਲਈ ਜਿਹੜਾ ਪਾਣੀ ਹੈ ਵੱਡੇ ਜਿਹੜਾ ਸਮੁੰਦਰ, ਉਸ ਤੋਂ ਨਹਿਰਾਂ ਰਾਹੀਂ ਕਿਵੇਂ ਪਹੁੰਚਾਉਣਾ ਹੈ ਜ਼ਮੀਨਾਂ ਤੱਕ। ਜੇਮਸ ਬ੍ਰਿੰਡਲੇ ਦੁਆਰਾ ਨਹਿਰਾਂ। ਫਿਰ ਉਸ ਤੋਂ ਅੱਗੇ ਰੇਲਵੇ ਲਾਈਨਾਂ ਆ ਗਈਆਂ ਆ। ਰੇਲਵੇ ਲਾਈਨਾਂ ਦੇ ਵਿੱਚ ਜਾਰਜ ਸਟੀਫਨ ਦਾ ਨਾਮ 1815। ਜਾਰਜ ਸਟੀਫਨ 1815 ਈਸਵੀ ਵਿੱਚ, ਜਿਸ ਨੇ ਕਿ ਪਹਿਲੇ ਭਾਫ ਨਾਲ ਚੱਲਣ ਵਾਲੇ ਰੇਲ ਇੰਜਨ ਦਾ ਨਿਰਮਾਣ ਕੀਤਾ। ਜਾਰਜ ਸਟੀਫਨ। ਉਸ ਤੋਂ ਬਾਅਦ ਉਹਦੇ ਇਸ ਕੰਮ ਨੂੰ ਕਹਿੰਦੇ ਕਿ ਉਹਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਰਾਬਰਟ ਨੇ ਵੀ ਜਾਰੀ ਰੱਖਿਆ ਸੀ, ਰੇਲ ਇੰਜਣਾਂ ਦਾ ਨਿਰਮਾਣ ਦਾ ਕੰਮ। ਨੈਕਸਟ ਫਿਰ ਤੁਹਾਡਾ ਇੰਪੋਰਟੈਂਟ ਹੈ ਜੀ ਟੈਲੀਗ੍ਰਾਫ। ਟੈਲੀਗ੍ਰਾਫ ਜਾਂ ਤਾਰ ਵਿਵਸਥਾ। ਟੈਲੀਗ੍ਰਾਫ ਦੀ ਖੋਜ ਕੀਤੀ 1837 ਈਸਵੀ ਮੋਰਸ ਨੇ। ਟੈਲੀਗ੍ਰਾਫ ਦੀ ਖੋਜ 1837 ਮੋਰਸ। ਉਸ ਤੋਂ ਅੱਗੇ ਹੈ ਜੀ ਟੈਲੀਫੋਨ। ਟੈਲੀਫੋਨ, ਇਹ ਵੀ 2 ਮਾਰਕਸ ਦਾ ਇੰਪੋਰਟੈਂਟ। ਟੈਲੀਫੋਨ ਦੀ ਖੋਜ ਕੀਤੀ 1876 ਈਸਵੀ ਬੈਲ ਨੇ। 1876 ਬੈਲ ਨੇ ਟੈਲੀਫੋਨ ਦੀ ਖੋਜ ਕੀਤੀ। ਉਸ ਤੋਂ ਅੱਗੇ ਹੈ ਜੀ ਵਾਇਰਲੈਸ। 1896 ਮਾਰਕੋਨੀ ਨੇ। ਵਾਇਰਲੈਸ ਦੀ ਖੋਜ 1896 ਮਾਰਲੋਨੀ। ਸੇਫਟੀ ਲੈਂਪ, ਸਪਿਨਿੰਗ ਜੈਨੀ, ਟੈਲੀਗ੍ਰਾਫ, ਟੈਲੀਫੋਨ, ਵਾਇਰਲੈਸ ਵਗੈਰਾ ਇਹ ਬਹੁਤ ਇੰਪੋਰਟੈਂਟ ਕੁਐਸਚਨ ਨੇ 2 ਨੰਬਰ ਲਈ। ਫਿਰ ਖੇਤੀ ਨਾਲ ਸੰਬੰਧਿਤ ਕਈ ਖੋਜਾਂ ਹੋਈਆਂ ਇੰਗਲੈਂਡ ਦੇ ਵਿੱਚ, ਕਹਿੰਦੇ ਕਿ ਜਿਸ ਨਾਲ ਖੇਤੀ ਉਤਪਾਦਨ ਵਿੱਚ ਵਾਧਾ ਹੋਇਆ। ਭੂਮੀ ਦੀ ਵਾਹੀ, ਬਿਜਾਈ, ਕਟਾਈ, ਛਟਾਈ ਆਦਿ ਨਾਲ ਸੰਬੰਧਿਤ ਨਵੇਂ ਜਿਹੜੀਆਂ ਮਸ਼ੀਨਾਂ ਹੋਂਦ ਵਿੱਚ ਆਈਆਂ ਸਨ। ਇਹ ਤੁਹਾਡੀਆਂ ਨਵੀਆਂ ਖੋਜਾਂ ਹੋ ਗਈਆਂ। ਉਸ ਤੋਂ ਅੱਗੇ ਕਹਿੰਦੇ ਕਿ ਫਿਰ ਉਦਯੋਗਿਕ ਕ੍ਰਾਂਤੀ ਜਿਹੜੀ ਹੈ ਉਹਦਾ ਪ੍ਰਸਾਰ ਕਿੱਥੇ, ਯੂਰਪ ਦੇ ਕਿਹੜੇ ਹੋਰ ਦੇਸ਼ਾਂ 'ਚ ਹੋਇਆ। ਸ਼ੁਰੂਆਤ ਹੋਈ ਸੀ ਜੀ ਉਦਯੋਗਿਕ ਕ੍ਰਾਂਤੀ ਦੀ ਇੰਗਲੈਂਡ ਤੋਂ। ਇੰਗਲੈਂਡ ਤੋਂ ਬਾਅਦ ਜਿਹੜਾ ਅਗਲਾ ਦੇਸ਼ ਸੀ ਜਿੱਥੇ ਉਦਯੋਗਿਕ ਕ੍ਰਾਂਤੀ ਹੋਈ ਦੂਜੇ ਨੰਬਰ ਤੇ, ਉਸ ਦੇਸ਼ ਦਾ ਨਾਮ ਸੀ ਬੈਲਜੀਅਮ। ਇਹ ਵੀ ਤੁਹਾਡਾ 2 ਨੰਬਰ ਦਾ ਕੁਐਸਚਨ। ਫਸਟ ਨੰਬਰ ਤੇ, ਪਹਿਲੇ ਨੰਬਰ ਤੇ ਇੰਗਲੈਂਡ ਵਿੱਚ ਹੋਈ। ਇੰਗਲੈਂਡ ਦੇ ਵਿੱਚ ਆਪਾਂ ਸਾਰੀਆਂ ਖੋਜਾਂ ਕਰ ਲਈਆਂ। ਕੱਪੜੇ ਨਾਲ ਸੰਬੰਧਿਤ, ਸੜਕਾਂ ਨਾਲ ਸੰਬੰਧਿਤ, ਨਹਿਰਾਂ ਨਾਲ ਸੰਬੰਧਿਤ, ਆਵਾਜਾਈ ਸੰਚਾਰ ਸਾਧਨਾਂ ਨਾਲ ਸੰਬੰਧਿਤ ਇਹ ਖੋਜਾਂ ਹੋਈਆਂ। ਫਿਰ ਇਹਨਾਂ ਖੋਜਾਂ ਦਾ ਹੀ ਹੌਲੀ ਵਿਕਾਸ ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਹੋਇਆ। ਇੰਗਲੈਂਡ ਤੋਂ ਬਾਅਦ ਜਿਹੜਾ ਦੂਜਾ ਦੇਸ਼ ਸੀਗਾ ਉਹ ਸੀਗਾ ਜੀ ਬੈਲਜੀਅਮ, ਜਿਸ ਨੇ ਕਿ ਇੰਗਲੈਂਡ ਦੀ ਕ੍ਰਾਂਤੀ ਨੂੰ ਬਹੁਤ ਹੀ ਜ਼ਿਆਦਾ ਨੇੜਿਓਂ ਦੇਖਿਆ ਸੀ। ਹੁਣ ਇੰਗਲੈਂਡ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਮਸ਼ੀਨਾਂ ਪਹਿਲਾਂ ਜਿਹੜੀਆਂ ਇੰਗਲੈਂਡ 'ਚ ਬਣੀਆਂ, ਉਹ ਬਾਅਦ 'ਚ ਹੌਲੀ ਬੈਲਜੀਅਮ ਦੇ ਵਿੱਚ ਵੀ ਇੱਦਾਂ ਦੀਆਂ ਮਸ਼ੀਨਾਂ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ। ਸੜਕਾਂ ਦਾ ਨਿਰਮਾਣ, ਰੇਲਾਂ ਵਗੈਰਾ ਦਾ ਨਿਰਮਾਣ ਬੈਲਜੀਅਮ 'ਚ ਵਿੱਚ ਹੋਣਾ ਸ਼ੁਰੂ ਹੋ ਗਿਆ।
ਉਸ ਤੋਂ ਅਗਲਾ ਦੇਸ਼ ਸੀ ਜੀ ਤੁਹਾਡਾ ਫਰਾਂਸ ਦਾ। ਫਰਾਂਸ ਤੀਜਾ ਦੇਸ਼ ਸੀਗਾ, ਜਿੱਥੇ ਬਾਅਦ ਦੇ ਵਿੱਚ ਇਹ ਜਿਹੜੀਆਂ ਖੋਜਾਂ ਜਿਹੜੀਆਂ ਪਹਿਲਾਂ ਇੰਗਲੈਂਡ 'ਚ ਹੋਈਆਂ, ਸਾਰੀਆਂ ਦੀਆਂ ਸਾਰੀਆਂ ਮਸ਼ੀਨਾਂ ਜਿਹੜੀਆਂ ਉਹਨਾਂ ਦਾ ਨਿਰਮਾਣ ਬਾਅਦ ਵਿੱਚ ਫਰਾਂਸ ਵਿੱਚ ਹੋਣਾ ਸ਼ੁਰੂ ਹੋ ਗਿਆ। ਨਵੀਆਂ ਨਵੀਆਂ ਮਸ਼ੀਨਾਂ, ਸੜਕਾਂ ਦਾ ਨਿਰਮਾਣ, ਨਹਿਰਾਂ ਵਗੈਰਾ ਦਾ ਨਿਰਮਾਣ ਜਿਹੜਾ ਫਰਾਂਸ ਵਿੱਚ ਹੋਇਆ। ਉਸ ਤੋਂ ਅਗਲਾ ਦੇਸ਼ ਆਉਂਦਾ ਜੀ ਤੁਹਾਡਾ ਜਰਮਨੀ ਦਾ। 1870 ਜਰਮਨੀ ਦੇ ਏਕੀਕਰਨ ਤੋਂ ਬਾਅਦ ਜਰਮਨੀ ਦੇ ਵਿੱਚ ਵੀ ਵੱਧ ਤੋਂ ਵੱਧ ਮਸ਼ੀਨਾਂ ਦਾ ਈਜਾਦ ਹੋਏ, ਰੇਲਾਂ ਦਾ ਨਿਰਮਾਣ ਹੋਇਆ ਤੇ ਸੜਕਾਂ ਦਾ ਨਿਰਮਾਣ ਹੋਇਆ। ਉਸ ਤੋਂ ਅਗਲਾ ਦੇਸ਼ ਆਉਂਦਾ ਜੀ ਤੁਹਾਡਾ ਇਟਲੀ ਦਾ। ਇਟਲੀ ਦੇ ਵਿੱਚ ਵੀ 1870 ਏਕੀਕਰਨ ਤੋਂ ਬਾਅਦ ਇਹੀ ਸਾਰਾ ਕੁਝ ਹੋਇਆ। ਵੱਧ ਤੋਂ ਵੱਧ ਉਦਯੋਗਾਂ ਦਾ ਵਿਕਾਸ ਹੋਇਆ। ਕੱਪੜੇ ਦੇ ਉਦਯੋਗ ਜਾਂ ਧਾਤੂ ਨਾਲ ਸੰਬੰਧਿਤ ਹੋਰ ਕਈ ਉਦਯੋਗਾਂ ਦਾ ਨਿਰਮਾਣ ਇਟਲੀ ਵਿੱਚ ਹੋਇਆ। ਤੇ ਉਸ ਤੋਂ ਬਾਅਦ ਜੋ ਅਖੀਰਲਾ ਦੇਸ਼ ਸੀ ਯੂਰਪ ਦਾ, ਉਹ ਸੀਗਾ ਜੀ ਰੂਸ। ਰੂਸ ਜਿੱਥੇ ਕਿ ਸਭ ਤੋਂ ਪਿੱਛੋਂ ਕ੍ਰਾਂਤੀ ਆਈ ਸੀ। ਰੂਸ ਦੇ ਵਿੱਚ ਵੀ ਬਾਅਦ ਵਿੱਚ ਕਾਰਖਾਨੇ ਲੱਗ ਗਏ, ਜਹਾਜ਼ ਬਣਾਏ ਗਏ ਰੂਸ ਦੇ ਵਿੱਚ। ਰੂਸ ਵਿੱਚ ਉੱਥੇ ਬੈਂਕ ਵਿਵਸਥਾ ਜਿਹੜੀ ਸਥਾਪਿਤ ਕੀਤੀ ਗਈ। ਸੋ ਇਹ ਇੰਪੋਰਟੈਂਟ ਜਿਹੜੇ ਯੂਰਪ ਦੇ ਦੇਸ਼ ਨੇ ਜਿੱਥੇ ਕਿ ਇੰਗਲੈਂਡ ਤੋਂ ਬਾਅਦ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ। ਫਸਟ ਇੰਗਲੈਂਡ, ਸੈਕਿੰਡ ਬੈਲਜੀਅਮ, ਥਰਡ ਫਰਾਂਸ, ਫੋਰਥ ਜਰਮਨੀ, ਫਿਫਥ ਇਟਲੀ ਐਂਡ ਲਾਸਟ ਸਿਕਸਥ ਰੂਸ। ਉਸ ਤੋਂ ਅੱਗੇ ਜੀ ਤੁਹਾਡੇ ਇਸ ਤੇ ਸਾਰੇ ਪ੍ਰਭਾਵ ਆ ਜਾਂਦੇ ਨੇ। ਇਸ ਉਦਯੋਗਿਕ ਕ੍ਰਾਂਤੀ ਦੇ ਕੀ ਪ੍ਰਭਾਵ ਪਏ? ਕ੍ਰਾਂਤੀ ਇਹਦੀਆਂ ਖੋਜਾਂ ਤੁਸੀਂ ਅੱਛੀ ਤਰ੍ਹਾਂ ਕਰ ਲਓਗੇ, ਕਿਹੜੀ ਕਿਹੜੀ ਮਸ਼ੀਨ, ਕੀ ਉਹਦਾ ਲਾਭ ਹੁੰਦਾ ਸੀ। ਉਸ ਤੋਂ ਬਾਅਦ ਤੁਹਾਡੇ ਜਿਹੜੇ ਪ੍ਰਭਾਵ ਕਰਨੇ ਸੌਖੇ ਹੋ ਜਾਣਗੇ। ਪ੍ਰਭਾਵਾਂ ਦੇ ਵਿੱਚ ਆਰਥਿਕ ਜੀਵਨ ਤੇ ਕਿਹੜੇ ਪ੍ਰਭਾਵ ਪਏ, ਸਮਾਜਿਕ ਜੀਵਨ ਤੇ ਕਿਹੜੇ ਪਏ, ਰਾਜਨੀਤਿਕ ਜੀਵਨ ਤੇ ਕਿਹੜੇ ਪਏ, ਸੱਭਿਆਚਾਰਕ ਜੀਵਨ ਤੇ ਕਿਹੜੇ ਪ੍ਰਭਾਵ ਪਏ, ਉਹ ਸਾਰੇ ਪੁਆਇੰਟ ਕਰਨੇ ਨੇ। ਬਾਰ-ਬਾਰ ਉਹ ਪੁਆਇੰਟ ਰਿਪੀਟ ਵੀ ਹੁੰਦੇ ਨੇ। ਹੁਣ ਆਰਥਿਕ ਜੀਵਨ ਵਿੱਚ ਪ੍ਰਭਾਵ ਦੇਖੋਗੇ, ਉਹਦਾ ਫਸਟ ਪੁਆਇੰਟ ਹੀ ਤੁਹਾਡਾ ਆ ਰਿਹਾ, ਕਾਰਖਾਨਿਆਂ ਦੀ ਸਥਾਪਨਾ ਹੋਈ। ਸੋ ਉਦਯੋਗਿਕ ਕ੍ਰਾਂਤੀ ਜਿਹਦੇ ਵਿੱਚ ਮੇਨ ਸੀਗਾ ਹੀ ਕਾਰਖਾਨੇ। ਪਹਿਲੇ ਹੱਥਾਂ ਦਾ ਕੰਮ ਹੁੰਦਾ ਸੀ, ਹੁਣ ਹੱਥਾਂ ਦੀ ਥਾਂ ਮਸ਼ੀਨਾਂ ਦਾ ਹੋਣ ਲੱਗ ਗਿਆ। ਮਸ਼ੀਨਾਂ ਜਿਹੜੀਆਂ ਆ, ਨਵੀਆਂ ਨਵੀਆਂ ਮਸ਼ੀਨਾਂ ਦੀ ਖੋਜ ਹੋਈ। ਨਵੀਆਂ ਨਵੀਆਂ ਮਸ਼ੀਨਾਂ ਲਗਾਉਣ ਲਈ ਨਵੇਂ ਨਵੇਂ ਕਾਰਖਾਨੇ ਲਗਾਏ ਗਏ, ਉਦਯੋਗ ਲਗਾਏ ਗਏ। ਆਮਦਨ ਦੇ ਵਿੱਚ ਵਾਧਾ ਹੋਇਆ। ਸੈਕਿੰਡ ਪੁਆਇੰਟ ਤੁਹਾਡਾ ਹੁੰਦਾ ਰਾਸ਼ਟਰ ਦੀ ਆਮਦਨ ਦੇ ਵਿੱਚ ਵਾਧਾ ਹੋਇਆ। ਕਿਵੇਂ ਵਾਧਾ ਹੋਇਆ? ਵਪਾਰ ਵਧਿਆ। ਵਪਾਰ ਵਧਣ ਨਾਲ ਦੇਸ਼ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਇਆ। ਘਰੇਲੂ ਉਦਯੋਗ ਜਿਹੜੇ ਸਨ ਉਹ ਖਤਮ ਹੋ ਗਏ ਸਨ, ਕਿਉਂਕਿ ਘਰੇਲੂ ਉਦਯੋਗਾਂ ਦੀ ਥਾਂ ਤੇ ਹੋਣਾ ਜਿਹੜੇ ਦੂਜੇ ਉਦਯੋਗ ਜਿਹੜੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਲੱਗ ਗਏ ਸਨ। ਬੇਕਾਰੀ ਦੀ ਸਮੱਸਿਆ ਕਹਿੰਦੇ ਕਿ ਪਹਿਲਾਂ ਨਾਲੋਂ ਵੱਧ ਗਈ ਸੀ, ਕਿਉਂਕਿ ਘਰੇਲੂ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਸਾਰੇ ਲੋਕ ਬੇਕਾਰ ਹੋ ਗਏ ਸਨ, ਬੇਰੁਜ਼ਗਾਰ ਹੋ ਗਏ ਸਨ। ਲੋਕਾਂ ਦਾ ਜੀਵਨ ਪੱਧਰ ਪਹਿਲਾਂ ਨਾਲੋਂ ਵਧੀਆ ਹੋ ਗਿਆ ਸੀਗਾ, ਕਿਉਂਕਿ ਹੁਣ ਕਹਿੰਦੇ ਕਿ ਮਸ਼ੀਨਾਂ ਦੀ ਖੋਜ ਤੋਂ ਬਾਅਦ ਕਹਿੰਦੇ ਕਿ ਹੋਰ ਵੀ ਉਦਯੋਗਿਕ ਕ੍ਰਾਂਤੀ ਦੇ ਨਾਲ ਬਿਜਲੀ ਆ ਗਈ, ਪੱਖੇ ਆ ਗਏ, ਰੇਡੀਓ ਆ ਗਏ, ਲੋਕਾਂ ਨੇ ਚੰਗੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ, ਆਵਾਜਾਈ ਸੰਚਾਰ ਦੇ ਸਾਧਨ ਆ ਗਏ, ਬਿਮਾਰੀਆਂ ਨੂੰ ਦੂਰ ਕਰਨ ਲਈ ਨਵੀਆਂ ਨਵੀਆਂ ਦਵਾਈਆਂ ਆ ਗਈਆਂ, ਵਧੀਆ ਕਿਸਮ ਦਾ ਕੱਪੜਾ ਆ ਗਿਆ, ਫੈਸ਼ਨ ਦੀਆਂ ਅਨੇਕਾਂ ਚੀਜ਼ਾਂ ਦੀ ਵਰਤੋਂ ਲੋਕਾਂ ਨੇ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਲੋਕਾਂ ਦਾ ਜੀਵਨ ਪੱਧਰ ਵਧੀਆ ਹੋ ਗਿਆ। ਹੁਣ ਉਦਯੋਗਿਕ ਕ੍ਰਾਂਤੀ ਨਾਲ ਵਪਾਰ ਵਿੱਚ ਵੀ ਵਾਧਾ ਹੋਇਆ, ਖੇਤੀ ਵਿੱਚ ਵੀ ਵਾਧਾ ਹੋਇਆ। ਇਸ ਤੋਂ ਇਲਾਵਾ ਜਿਹੜੀ ਅਗਲੀ ਗੱਲ ਆ ਜਾਂਦੀ, ਇੱਕ ਨਵੇਂ ਵਰਗ ਦਾ ਜਨਮ ਹੋਇਆ ਸੀ। ਸਮਾਜ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ ਸੀ। ਉਹ ਦੋ ਵਰਗ ਸਨ, ਇੱਕ ਸਨ ਪੂੰਜੀਪਤੀਆਂ ਦਾ ਵਰਗ ਅਤੇ ਦੂਜਾ ਸੀ ਮਜ਼ਦੂਰਾਂ ਦਾ ਵਰਗ। ਪੂੰਜੀਪਤੀ ਜਿਹੜੇ ਕਿ ਕਾਰਖਾਨਿਆਂ ਦੇ ਉੱਤੇ ਪੂੰਜੀ ਵਗੈਰਾ ਲਗਾਉਂਦੇ, ਉਹ ਕਹਿੰਦੇ ਕਿ ਆਉਣ ਵਾਲੇ ਸਮੇਂ 'ਚ ਹੋਰ ਵੱਧ ਤੋਂ ਵੱਧ ਅਮੀਰ ਹੋਈ ਗਏ, ਤੇ ਜਿਹੜਾ ਕਾਰਖਾਨੇ ਵਾਲਿਆਂ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਹੈ, ਜਿਹੜਾ ਕਿ ਕਈ ਕਈ ਘੰਟੇ ਕੰਮ ਕਰਦਾ ਸੀ, ਮਜ਼ਦੂਰੀ ਘੱਟ ਮਿਲਦੀ ਸੀ, ਉਹ ਮਜ਼ਦੂਰ ਜਿਹੜਾ ਗਰੀਬ ਹੁੰਦਾ ਗਿਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਨਵੇਂ ਦੋ ਵਰਗਾਂ ਵਿੱਚ ਵੰਡਿਆ ਗਿਆ। ਉਹ ਦੋ ਵਰਗ ਸਨ, ਪੂੰਜੀਪਤੀਆਂ ਦਾ ਵਰਗ ਤੇ ਦੂਜਾ ਸੀ ਮਜ਼ਦੂਰਾਂ ਦਾ ਵਰਗ। ਸਮਾਜਿਕ ਜੀਵਨ ਦੇ ਉੱਤੇ ਪ੍ਰਭਾਵ ਪਿਆ। ਇਹਦੇ ਪੁਆਇੰਟ ਫਿਰ ਉਹੀ ਤੁਹਾਡੇ ਰਿਪੀਟ ਹੁੰਦੇ ਨੇ ਕਿ ਉਦਯੋਗਿਕ ਨਗਰ ਜਿਹੜੇ ਨੇ ਨਵੇਂ ਨਵੇਂ ਹੋਂਦ ਵਿੱਚ ਆਏ। ਕਿਹੜੇ ਕਿਹੜੇ ਉਦਯੋਗਿਕ ਨਗਰ ਸਨ? ਜਿਹਦੇ ਵਿੱਚ ਇੰਗਲੈਂਡ ਦੇ ਨਗਰਾਂ ਦੇ ਨਾਮ ਆ ਰਹੇ ਨੇ, ਮਾਨਚੈਸਟਰ, ਲੰਕਾਸ਼ਾਇਰ ਤੇ ਲਿਵਰਪੂਲ। 2 ਨੰਬਰ ਦਾ ਤੁਹਾਡਾ ਇਹ ਕੁਐਸਚਨ ਹੈ। ਨਵੇਂ ਨਗਰ ਹੋਂਦ ਵਿੱਚ ਆਏ ਸਨ ਜਿੱਥੇ ਕਿ ਕਾਰਖਾਨੇ ਲੱਗੇ ਸਨ। ਆਬਾਦੀ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਾਧਾ। ਮਾਨਚੈਸਟਰ, ਲੰਕਾਸ਼ਾਇਰ ਤੇ ਲਿਵਰਪੂਲ ਉਦਯੋਗਿਕ ਨਗਰ ਇੰਗਲੈਂਡ ਦੇ ਨੇ। ਇਹ ਸਿਰਫ ਮਾਨਚੈਸਟਰ, ਲੰਕਾਸ਼ਾਇਰ ਤੇ ਲਿਵਰਪੂਲ ਇੰਗਲੈਂਡ ਦੇ ਵਿੱਚ ਨਵੇਂ ਉਦਯੋਗਿਕ ਨਗਰ ਜਿਹੜੇ ਹੋਂਦ ਵਿੱਚ ਆਏ ਸਨ। ਜਦੋਂ ਘਰੇਲੂ ਉਦਯੋਗਾਂ ਦਾ ਖਾਤਮਾ ਹੋ ਗਿਆ ਤੇ ਨਵੇਂ ਉਦਯੋਗਾਂ ਜਿਹੜੇ ਸ਼ੁਰੂ ਹੋਏ, ਤੇ ਜਿੱਥੇ ਉਦਯੋਗ ਲੱਗੇ ਉੱਥੇ ਲੋਕਾਂ ਨੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ, ਤੇ ਹੌਲੀ ਹੌਲੀ ਉਹ ਵੱਡੇ ਵੱਡੇ ਨਗਰ ਬਣ ਗਏ। ਆਬਾਦੀ ਵਿੱਚ ਵਾਧਾ ਕਿਵੇਂ ਹੋਇਆ? ਕਿਉਂਕਿ ਜਲਦੀ ਤੋਂ ਜਲਦੀ ਹੁਣ ਜਿਹੜੇ ਵੀ ਕੋਈ ਵੀ ਬਿਮਾਰ ਵਿਅਕਤੀ ਸੀ, ਉਹਨੂੰ ਦਵਾਈਆਂ ਦੀ ਵਰਤੋਂ ਜਿਹੜੀ ਹੈ ਜ਼ਿਆਦਾ ਹੋਣ ਲੱਗ ਪਈ ਸੀ, ਜਿਸ ਕਰਕੇ ਮੌਤ ਦਰ ਜਿਹੜੀ ਘਟ ਗਈ ਸੀ। ਮਜ਼ਦੂਰਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਬੁਰੀ ਹੋ ਗਈ ਸੀ। ਸਮਾਜਿਕ ਜੀਵਨ ਦੇ ਵਿੱਚ ਪ੍ਰਭਾਵਾਂ ਦੇ ਵਿੱਚ ਆ ਰਿਹਾ ਕਿ ਮਜ਼ਦੂਰ ਕਈ ਕਈ ਘੰਟੇ ਕਹਿੰਦੇ ਕਿ ਮਸ਼ੀਨਾਂ ਦੇ ਸ਼ੋਰ ਵਿੱਚ ਕੰਮ ਕਰਦਾ ਸੀ। ਮਜ਼ਦੂਰਾਂ ਦੇ ਵਿੱਚ ਕਈ ਬਿਮਾਰੀਆਂ ਲੱਗ ਗਈਆਂ। ਮਜ਼ਦੂਰ ਜਿੱਥੇ ਜਿਹੜੀਆਂ ਕਲੋਨੀਆਂ 'ਚ ਰਹਿੰਦੇ, ਉੱਥੇ ਵੀ ਬਹੁਤ ਜ਼ਿਆਦਾ ਗੰਦਗੀ ਹੁੰਦੀ ਸੀ। ਹਵਾ ਰੋਸ਼ਨੀ ਤੋਂ ਕਹਿੰਦੇ ਕਿ ਦੂਰ ਰਹਿੰਦੇ ਸਨ।
ਉਹਨਾਂ ਦੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਬੁਰਾ ਅਸਰ ਪੈ ਗਿਆ ਸੀ ਮਜ਼ਦੂਰਾਂ ਤੇ। ਬੱਚਿਆਂ ਦਾ, ਇਸਤਰੀਆਂ ਦਾ ਵੱਧ ਤੋਂ ਵੱਧ ਸ਼ੋਸ਼ਣ ਹੋਣ ਲੱਗ ਗਿਆ ਸੀ ਸਮਾਜਿਕ ਜੀਵਨ ਤੇ ਪੈ ਪ੍ਰਭਾਵਾਂ ਦੇ ਵਿੱਚ, ਕਿਉਂਕਿ ਬੱਚੇ ਜਿਹੜੇ ਘੱਟ ਮਜ਼ਦੂਰੀ ਦੇ ਉੱਤੇ ਮਿੱਲਾਂ ਦੇ ਉੱਤੇ ਕੰਮ ਕਰਦੇ ਸਨ, ਇਸਤਰੀਆਂ ਵੀ ਘੱਟ ਮਜ਼ਦੂਰੀ ਦੇ ਉੱਤੇ ਕੰਮ ਕਰਦੀਆਂ ਸਨ ਤੇ ਜ਼ਿਆਦਾ ਪਹਿਲ ਕਹਿੰਦੇ ਕਿ ਸ਼ੁਰੂ ਦੇ ਵਿੱਚ ਇਹਨਾਂ ਨੂੰ ਦਿੱਤੀ ਜਾਂਦੀ। ਇੰਗਲੈਂਡ ਦਾ ਜੇਕਰ ਸ਼ੁਰੂ ਦਾ ਦੇਖਿਆ ਜਾਵੇ, ਜਦੋਂ ਉਦਯੋਗਿਕ ਕ੍ਰਾਂਤੀ ਆਈ ਸੀ ਤੇ ਕਹਿੰਦੇ ਕਿ ਜ਼ਿਆਦਾਤਰ ਕੰਮ ਯਤੀਮ ਬੱਚਿਆਂ ਕੋਲ ਇਹਨਾਂ ਮਿੱਲਾਂ ਦੇ ਵਿੱਚ ਲਿਆ ਜਾਂਦਾ ਸੀ। ਕੰਮ ਜ਼ਿਆਦਾ ਕਰਦੇ ਸਨ, ਘੰਟੇ ਜ਼ਿਆਦਾ ਲਾਉਂਦੇ ਸਨ, ਮਜ਼ਦੂਰੀ ਬਹੁਤ ਜ਼ਿਆਦਾ ਘੱਟ ਮਿਲਦੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮਜ਼ਦੂਰਾਂ ਵਿੱਚ ਵੀ ਜਾਗ੍ਰਿਤੀ ਆਈ ਤੇ ਉਹਨਾਂ ਨੇ ਆਪਣੇ ਜਿਹੜੇ ਆ ਸੰਘ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਰਾਜਨੀਤਿਕ ਜੀਵਨ ਤੇ ਪ੍ਰਭਾਵ ਆ ਰਿਹਾ, ਜਿਹਦੇ ਵਿੱਚ ਇੰਗਲੈਂਡ ਆ ਗਿਆ ਕਿ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਦੇਸ਼ ਬਣ ਗਿਆ। ਪਹਿਲਾਂ ਵੀ ਸ਼ਕਤੀਸ਼ਾਲੀ ਸੀ, ਉਦਯੋਗਿਕ ਕ੍ਰਾਂਤੀ ਆਉਣ ਤੋਂ ਬਾਅਦ ਹੋਰ ਉਹਦਾ ਵਪਾਰ ਵੱਧ ਕੇ ਵਪਾਰ ਵਧਣ ਨਾਲ ਹੋਰ ਜ਼ਿਆਦਾ ਪੈਸਾ ਉਹਦੇ ਕੋਲ ਆਉਣਾ ਸ਼ੁਰੂ ਹੋ ਗਿਆ। ਪਹਿਲਾਂ ਵੀ ਸ਼ਕਤੀਸ਼ਾਲੀ ਤੇ ਉਦਯੋਗਿਕ ਕ੍ਰਾਂਤੀ ਆਉਣ ਨਾਲ ਹੋਰ ਅੱਗੇ ਤੋਂ ਵੀ ਜ਼ਿਆਦਾ ਯੂਰਪ ਦੇ ਦੇਸ਼ਾਂ ਦੇ ਵਿੱਚੋਂ ਸ਼ਕਤੀਸ਼ਾਲੀ ਬਣ ਗਿਆ ਸੀ ਇੰਗਲੈਂਡ। ਇਸ ਤੋਂ ਇਲਾਵਾ ਕਹਿੰਦੇ ਕਿ ਨਵੀਆਂ ਰਾਜਨੀਤਿਕ ਸ਼ਕਤੀਆਂ ਦਾ ਉਭਾਰ ਹੋਇਆ, ਜਿਹਦੇ ਵਿੱਚੋਂ ਖਾਸ ਹੁੰਦੀ ਹੈ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਕਹਿੰਦੇ ਕਿ ਸਰਕਾਰ ਅੱਗੇ ਮੰਗਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰ ਨੇ ਮੰਗਾਂ ਨਹੀਂ ਮੰਨੀਆਂ, ਜਿਸ ਕਰਕੇ ਮਜ਼ਦੂਰਾਂ ਨੇ ਆਪਣੀ ਅਲੱਗ ਹੀ ਪਾਰਟੀ ਬਣਾਉਣੀ ਸੀ। ਉਸ ਪਾਰਟੀ ਦਾ ਨਾਮ ਸੀ ਜੀ ਲੇਬਰ ਪਾਰਟੀ। ਲੇਬਰ ਪਾਰਟੀ, ਜਦੋਂ ਵੀ ਇੰਗਲੈਂਡ ਦਾ ਇਤਿਹਾਸ ਕਰਾਂਗੇ ਬਾਰ-ਬਾਰ ਲੇਬਰ ਪਾਰਟੀ ਦਾ ਅੱਗੇ ਚੱਲ ਕੇ ਨਾਮ ਆਵੇਗਾ। ਸੋ ਉਦਯੋਗਿਕ ਕ੍ਰਾਂਤੀ ਦੇ ਕਾਰਨ ਹੀ ਕਹਿੰਦੇ ਕਿ ਇਹ ਮਜ਼ਦੂਰ ਜਿਹੜਾ ਆ ਵਰਗ ਜਿਹੜਾ ਮਜ਼ਦੂਰਾਂ ਦਾ ਪਹਿਲਾਂ ਸ਼ੋਸ਼ਣ ਹੁੰਦਾ ਸੀ, ਫਿਰ ਮਜ਼ਦੂਰਾਂ ਨੇ ਆਪਣੇ ਸੰਘ ਬਣਾਏ, ਮਜ਼ਦੂਰਾਂ ਵਿੱਚ ਜਾਗ੍ਰਿਤੀ ਆਈ ਤੇ ਮਜ਼ਦੂਰਾਂ ਨੇ ਆਪਣੀ ਅਲੱਗ ਪਾਰਟੀ ਲੇਬਰ ਪਾਰਟੀ ਬਣਾ ਲਈ ਸੀ। ਨਵੇਂ-ਨਵੇਂ ਸਿਧਾਂਤਾਂ ਦਾ ਜਨਮ ਹੋਇਆ ਸੀ, ਜਿਹਦੇ ਵਿੱਚ ਕਾਰਲ ਮਾਰਕਸ ਦਾ ਨਾਂ ਆ ਗਿਆ। ਕਾਰਲ ਮਾਰਕਸ ਨੇ ਬਹੁਤ ਹੀ ਜ਼ਿਆਦਾ ਇਸ ਵਿਸ਼ੇ ਤੇ ਜ਼ੋਰ ਦਿੱਤਾ ਸੀ ਕਿ ਕਾਰਖਾਨਿਆਂ ਵਿੱਚ ਕੰਮ ਮਜ਼ਦੂਰ ਸਮਾਂ ਜ਼ਿਆਦਾ ਕਰਦੇ ਨੇ, ਪਰ ਉਹ ਮਜ਼ਦੂਰ ਜਿਹੜੇ ਅੱਗੇ ਤੋਂ ਅੱਗੇ ਗਰੀਬ ਹੋਈ ਜਾ ਰਹੇ ਨੇ, ਪਰ ਕਾਰਖਾਨਿਆਂ ਤੇ ਪੈਸਾ ਲਾਉਣ ਵਾਲੇ ਪੂੰਜੀਪਤੀ ਹੋਰ ਜ਼ਿਆਦਾ ਅਮੀਰ ਹੋਈ ਜਾਂਦੇ ਨੇ। ਸਮਾਜਵਾਦ ਦਾ ਨਵਾਂ ਸਿਧਾਂਤ ਜਿਹੜਾ ਕਹਿੰਦੇ ਕਿ ਹੋਂਦ ਵਿੱਚ ਆਇਆ। ਇਸ ਤੋਂ ਇਲਾਵਾ ਜਿਹੜਾ ਅਗਲਾ ਕੰਮ ਹੋਇਆ ਸੀ ਕਿ ਵਿਨਾਸ਼ਕਾਰੀ ਹਥਿਆਰਾਂ ਦੀ ਦੌੜ ਵੀ ਵੱਧ ਗਈ ਸੀ। ਜੇਕਰ ਉਦਯੋਗਿਕ ਕ੍ਰਾਂਤੀ ਦੇ ਕਈ ਲਾਭ ਹੋਏ ਤਾਂ ਇਹਦੇ ਨੁਕਸਾਨ ਵੀ ਹੋਏ, ਕਿ ਨਾਲ ਦੀ ਨਾਲ ਜੇਕਰ ਇੱਕ ਦੇਸ਼ ਨੇ ਹਥਿਆਰ ਬਣਾ ਲਿਆ ਤਾਂ ਦੂਜਾ ਦੇਸ਼ ਦੇਖਾ ਦੇਖੀ ਉਸ ਤੋਂ ਵੱਧ ਜਿਹੜਾ ਤਾਕਤਵਰ ਜਿਹੜਾ ਹਥਿਆਰ ਜਿਹੜਾ ਵਿਨਾਸ਼ਕਾਰੀ ਹਥਿਆਰ ਬਣਾਉਂਦਾ ਸੀ। ਕਹਿੰਦੇ ਕਿ ਇਹ ਹਥਿਆਰਾਂ ਦੀ ਦੌੜ ਹੀ ਆਉਣ ਵਾਲੇ ਸਮੇਂ ਦੇ ਵਿੱਚ ਪਹਿਲੇ ਵਿਸ਼ਵ ਯੁੱਧ ਦਾ ਕਾਰਨ ਵੀ ਬਣੀ ਸੀ। ਫਿਰ ਨਾਲ ਅਗਲੀ ਸੱਭਿਆਚਾਰਿਕ ਪ੍ਰਭਾਵਾਂ ਦੇ ਵਿੱਚ ਦੱਸ ਦਿੱਤਾ ਗਿਆ ਕਿ ਸਾਹਿਤ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। ਹੁਣ ਉਦਯੋਗਿਕ ਕ੍ਰਾਂਤੀ ਦੇ ਨਾਲ ਰਿਲੇਟਡ, ਮਜ਼ਦੂਰਾਂ ਦੀਆਂ ਸਮੱਸਿਆਵਾਂ ਨਾਲ ਰਿਲੇਟਡ ਬਹੁਤ ਜ਼ਿਆਦਾ ਕਹਿੰਦੇ ਕਿ ਸਾਹਿਤਕਾਰਾਂ ਨੇ, ਜਿਹਦੇ ਵਿੱਚ ਨਾਮ ਆ ਰਹੇ ਨੇ ਗੋਲਡ ਸਮਿਥ ਦਾ, ਕਿੰਗਜਲੇ ਦਾ, ਬ੍ਰਾਇਨ ਦਾ ਆ ਰਿਹਾ, ਬੈਕਰੇ ਦਾ ਨਾਮ ਆ ਰਿਹਾ, ਇੱਕ ਟੋਲਸਟਾਏ ਵਗੈਰਾ ਦਾ ਨਾਮ ਆ ਰਿਹਾ, ਕਿ ਵੱਖ-ਵੱਖ ਜਿਹੜੇ ਲਿਖਣ ਵਾਲੇ ਸਨ, ਲੇਖਕ ਸਨ, ਉਹਨਾਂ ਨੇ ਆਪਣੇ ਲਿਖਤਾਂ ਦਾ ਵਿਸ਼ਾ ਇਸ ਚੀਜ਼ ਨੂੰ ਹੀ ਲੈ ਲਿਆ ਸੀ। ਮਜ਼ਦੂਰਾਂ ਦੀ ਤਰਸਯੋਗ ਹਾਲਤ ਨੂੰ ਹੀ ਉਹਨਾਂ ਨੇ ਆਪਣੀਆਂ ਲਿਖਤਾਂ ਦਾ ਵਿਸ਼ਾ ਲੈ ਲਿਆ ਸੀ। ਜੇਕਰ ਕੋਈ ਨਾਵਲ ਲਿਖਦਾ ਸੀ, ਕਹਾਣੀ ਲਿਖਦਾ ਸੀ ਤਾਂ ਕਵਿਤਾਵਾਂ ਲਿਖਦਾ ਸੀ। ਅਖੀਰ ਦੇ ਵਿੱਚ ਕਹਿੰਦਾ ਕਿ ਠੀਕ ਹੈ, ਭਾਵੇਂ ਇਹਦੇ ਕਈ ਬੁਰੇ ਪ੍ਰਭਾਵ ਵੀ ਪਏ, ਪਰ ਚੰਗੇ ਪ੍ਰਭਾਵ ਇਹ ਵੀ ਹੈ ਕਿ ਵਿਗਿਆਨ ਤੇ ਤਕਨਾਲੋਜੀ ਦਾ ਬਹੁਤ ਹੀ ਜ਼ਿਆਦਾ ਵਿਕਾਸ ਹੋਇਆ ਸੀ ਉਦਯੋਗਿਕ ਕ੍ਰਾਂਤੀ ਦੇ ਨਾਲ।